ਜਿਹੜੀ ਗੱਲ ਅੱਜ ਮੈਂ ਤੁਹਾਡੇ ਸਾਹਮਣੇ ਪਹਿਲੀ ਵਾਰੀ ਡਿਸਕਲੋਜ਼ ਕਰ ਰਿਹਾ, ਸ਼ਾਇਦ ਕਦੀ ਕਿਸੇ ਨੇ ਇਹ ਗੱਲ ਪੁੱਛੀ ਵੀ ਨਹੀਂ ਔਰ ਨਾ ਦੱਸੀ ਹੈ ਕਿਸੇ ਨੇ ਜੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਉਸ ਵੇਲੇ ਸਟੇਜ ਦੇ ਉੱਤੋਂ ਇਹ ਬਿਲਕੁਲ ਆਪਣਾ ਸੰਬੋਧਨ ਕਰ ਰਹੇ ਸੀ ਜੀ। ਜਿੰਨਾ ਕੁ ਸੰਬੋਧਨ ਕਰ ਰਹੇ ਸੀ ਮੈਂ ਲਾਈਵ ਦੇ ਵਿੱਚ ਨਾ ਪਹਿਲਾਂ ਕਦੀ ਨਾ ਅੱਜ ਤੱਕ ਦੇਖੀ ਹੈ ਇਹ ਚੀਜ਼। ਮੈਂ ਦੇਖਿਆ ਕਿ ਉੱਥੇ ਘੱਟ ਤੋਂ ਘੱਟ 1000-1500 ਬੰਦੇ ਦੀ ਜਿਹੜੀ ਹੈ ਮੌਬ, ਜਿਹਨੂੰ ਆਪਾਂ ਕਹਿ ਸਕਦੇ ਹਾਂ ਮੌਬ ਹੈ, ਔਰ ਸੜਕ ਦੇ ਉੱਤੇ ਟਾਇਰਾਂ ਦੀ ਅੱਗ ਬਾਲੀ ਹੋਈ ਹੈ। ਅੱਛਾ। ਬਹੁਤ ਉੱਚੀਆਂ ਲਪਟਾਂ ਔਰ ਜਿਹਦੇ ਵਿੱਚ ਮੈਂ ਆਪਣੇ ਅੱਖੀਂ ਦੇਖੇ ਕਿ ਜੀਂਦੇ ਬੰਦਿਆਂ ਨੂੰ ਸੁੱਟੀ ਜਾ ਰਹੇ। ਮੈਂ ਉਸ ਵੇਲੇ ਇੱਕਦਮ ਮੇਰੇ ਮਾਈਂਡ ਨੇ ਕੰਮ ਕੀਤਾ ਕਿ ਅਗਰ ਅਸੀਂ ਇੱਥੇ ਹੱਥੋਂ ਪਾਈ ਹੋਏ ਇਹ ਪੱਗ ਤਾਂ ਫਿਰ ਵੀ ਪੈਰਾਂ 'ਚ ਰੁਲਣੀ ਹੈ। ਜੀ ਜੀ। ਮੈਂ ਆਪਣੇ ਹੱਥੀਂ ਪੱਗ ਜਿਹੜੀ ਹੈ ਲਾ ਕੇ ਉਹਨੂੰ ਸਾਫਤੀ ਦੀ ਆਹ ਲਓ ਜੀ ਪੱਗ। ਉਹਨੇ ਮੇਰੇ ਹੱਥੋਂ ਪੱਗ ਫੜੀ ਔਰ ਸਿੱਧੀ ਇੱਦਾਂ ਅੱਗ ਦੇ ਵਿੱਚ ਸੁੱਟੀ। ਬੇਸ਼ੱਕ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਦਿੱਤਾ ਗਿਆ ਸੀ, ਲੇਕਿਨ ਉਹਨਾਂ ਦੇ ਬੇਟੇ ਰਾਜੀਵ ਗਾਂਧੀ ਨੇ ਇਹ ਬਿਆਨ ਦਿੱਤਾ ਸੀ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਹਿਲਜੁਲ ਹੋਤੀ ਹੈ। ਕਿ ਇੱਕ ਸਿੱਖਾਂ ਨੂੰ ਤਾਂ ਟਾਰਗੇਟ ਕੀਤਾ ਜਾ ਰਿਹਾ ਸੀ, ਨਾਲ ਦੀ ਨਾਲ ਪੰਜਾਬੀਆਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਸੀ। ਮਤਲਬ ਇਹੋ ਜਿਹੇ ਹਾਲਾਤ ਦਰਦਨਾਕ ਬਣ ਚੁੱਕੇ ਸੀ ਕਿ ਜਿਹੜਾ ਦਿੱਲੀ ਚਲਾ ਗਿਆ, ਹਾਂਜੀ, ਖਾਸ ਤੌਰ ਤੇ ਸਿੱਖ ਸਰੂਪ 'ਚ ਗਿਆ, ਉਹਦੇ ਬਾਰੇ ਜਿਹੜੀ ਸੰਭਾਵਨਾ ਹੀ ਨਹੀਂ ਸੀ, ਮਤਲਬ ਕੋਈ ਸੰਭਾਵਨਾ ਨਹੀਂ ਸੀ ਕਿ ਇਹ ਜਿੰਦਾ ਬਚ ਸਕਿਆ ਜੋ। ਕੇਸਰੀ ਵਿਰਾਸਤ ਵਿੱਚ ਇੱਕ ਵਾਰ ਫਿਰ ਤੁਹਾਡਾ ਹਾਰਦਿਕ ਸਵਾਗਤ। ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਤੇ ਅੱਜ ਦੀ ਚਰਚਾ ਅਸੀਂ ਲੈ ਕੇ ਆਏ ਹਾਂ ਜੋ ਇਹਨਾਂ ਦਿਨਾਂ ਦੇ ਵਿੱਚ, ਇਹ ਅਕਤੂਬਰ, ਅੱਜ 31 ਅਕਤੂਬਰ ਹੈ, ਅਕਤੂਬਰ ਔਰ ਨਵੰਬਰ ਇਹ ਜਿਹੜੇ ਦਿਨ ਨੇ ਇਹ ਹਮੇਸ਼ਾ ਜਿਹੜੀ ਸਿੱਖ ਮਾਨਸਿਕਤਾ ਉਹਨੂੰ ਟੁੰਬਦੇ ਰਹਿੰਦੇ ਨੇ। ਇਹ ਨੇ ਨਵੰਬਰ 84 ਦੇ, ਜਿਹਨੂੰ ਦੰਗੇ ਕਹਿੰਦੇ ਆ, ਪਰ ਉਹ ਅਸਲ ਦੇ ਵਿੱਚ ਸਿੱਖ ਨਸਲਕੁਸ਼ੀ ਹੈ, ਜਿਸ ਵੇਲੇ ਸਿੱਖਾਂ ਨੂੰ ਚੁਣ ਕੇ ਦਿੱਲੀ ਦੇ ਘਰਾਂ 'ਚੋਂ ਕੱਢ ਕੇ ਜਿਹੜਾ ਉਹ ਤਸੀਹੇ ਦੇ ਕੇ ਮਾਰਿਆ ਗਿਆ। ਇਹ ਜ਼ਖਮ ਸਾਡੇ ਅੱਜ ਵੀ ਅੱਲੇ ਨੇ, ਅੱਜ ਵੀ ਉਵੇਂ ਹੀ ਦਿਸਦੇ ਨੇ। ਤੇ ਅੱਜ ਸਾਡੇ ਨਾਲ ਨੇ ਇੱਕ ਅਜਿਹੀ ਸ਼ਖਸੀਅਤ ਜਿਹਨਾਂ ਦਾ ਨਾਮ ਮੈਂ ਤਾਰਫ ਕਰਾਂ, ਜਸਵਿੰਦਰ ਸਿੰਘ ਆਜ਼ਾਦ ਜੀ। ਆਜ਼ਾਦ ਜੀ, ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਜੀ। ਆਜ਼ਾਦ ਸਾਹਿਬ ਬਾਰੇ ਦੱਸ ਦਈਏ ਕਿ ਆਜ਼ਾਦ ਸਾਹਿਬ ਜਿਹੜੇ ਆ ਇਹ ਬੜੇ ਲੰਬੇ ਅਰਸੇ ਤੋਂ, ਜਿੱਥੇ ਇਹ ਕੰਪਿਊਟਰ ਲਾਈਨ ਦੇ ਵਿੱਚ ਨੇ, ਜਦੋਂ ਸ਼ੁਰੂਆਤ ਹੁੰਦੀ ਇੱਥੇ ਕੰਪਿਊਟਰ ਆਉਣ ਦੀ ਇੰਡੀਆ ਦੇ ਵਿੱਚ, ਤਾਂ ਉਹਨਾਂ ਦਿਨਾਂ ਦੇ ਇਹ ਸਿੱਖੇ ਹੋਏ ਨੇ ਤੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਕੰਪਿਊਟਰ ਸਿਖਾਇਆ ਹੋਇਆ। ਉਸ ਤੋਂ ਇਲਾਵਾ ਰਜਨੀ ਨਾਂ ਦਾ ਇੱਕ ਮੈਗਜ਼ੀਨ ਹੈ ਜੋ ਸੱਭਿਆਚਾਰ ਨੂੰ ਸਮਰਪਿਤ ਰਿਹਾ, ਉਹਦੇ ਸੰਪਾਦਕ ਰਹੇ ਨੇ, ਸਹਿ ਸੰਪਾਦਕ ਰਹੇ ਨੇ, ਇਹਨਾਂ ਦਾ ਪਰਿਵਾਰ ਕਰਦਾ ਰਿਹਾ। ਤੇ ਅੱਜ ਕੱਲ੍ਹ ਪੰਜਾਬ ਨਿਊਜ਼ ਚੈਨਲ ਇਹਨਾਂ ਦਾ ਚੱਲ ਰਿਹਾ, ਵੈਬਸਾਈਟ ਚੱਲਦੀ ਹੈ ਤੇ ਇਹ YouTube ਦੇ ਉੱਤੇ ਵੀ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਤੋ ਆਜ਼ਾਦ ਸਾਹਿਬ ਦਾ ਬਹੁਤ ਲੰਬਾ ਤਜਰਬਾ, ਪਰ ਅੱਜ ਜਿਹੜੇ ਕਰਕੇ ਅਸੀਂ ਇਹਨਾਂ ਨੂੰ ਸੱਦਾ ਦਿੱਤਾ ਆਪਣੇ ਸਟੂਡੀਓ 'ਚ, ਉਹਦੀ ਸਭ ਤੋਂ ਖਾਸ ਵਿਸ਼ੇਸ਼ਤਾ ਇਹ ਹੈ ਕਿ ਜਿਹੜਾ ਇਹ ਨਵੰਬਰ 84 ਦੀ ਜਿਹੜੀ ਨਸਲਕੁਸ਼ੀ ਹੈ, ਜਿਨ੍ਹਾਂ ਨੂੰ ਦਿੱਲੀ ਦੰਗੇ ਆਮ ਤੌਰ 'ਤੇ ਕਹਿ ਕੇ ਲੋਕੀ ਜਾਣਦੇ ਨੇ, ਉਹਨਾਂ ਦੇ ਇਹ ਭੁਗਤਭੋਗੀ ਕਹੇ ਜਾ ਸਕਦੇ ਨੇ। ਤੋ ਆਜ਼ਾਦ ਸਾਹਿਬ ਕੋਲੋਂ ਅਸੀਂ ਜਾਣਾਂਗੇ ਕਿ ਉਸ ਵੇਲੇ ਦੇ ਕਿਹੋ ਜਿਹੇ ਹਾਲਾਤ ਸੀ, ਕਿਉਂਕਿ 36 ਸਾਲ ਗੁਜ਼ਰ ਚੁੱਕੇ ਨੇ। 36 ਸਾਲਾਂ ਦੇ ਵਿੱਚ ਜਿਹੜੇ ਨੇ ਬਹੁਤ ਛੋਟੇ ਬੱਚੇ ਸੀ ਉਹ ਜਵਾਨ ਹੋ ਗਏ, ਉਹ ਬੁਢਾਪੇ ਵੱਲ ਨੂੰ ਤੁਰ ਪਏ ਨੇ, ਔਰ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਇਹਨਾਂ ਤੱਥਾਂ ਬਾਰੇ ਜਿਹੜੀ ਆ ਬਹੁਤੀ ਜਾਣਕਾਰੀ ਨਹੀਂ ਹੁੰਦੀ। ਤੋ ਆਜ਼ਾਦ ਸਾਹਿਬ, ਅੱਜ ਅਸੀਂ ਤੁਹਾਡੇ ਕੋਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਜਿਹੜੇ ਆ ਪੰਜਾਬ ਦੇ ਜਿਹੜੇ ਹਾਲਾਤ ਸੀ ਉਹਨਾਂ ਦੇ 84 ਤੋਂ ਪਹਿਲਾਂ, ਬਲੂ ਸਟਾਰ ਆਪਰੇਸ਼ਨ ਹੁੰਦਾ ਉਸ ਤੋਂ ਪਹਿਲਾਂ ਜਿਹੜੇ ਹਾਲਾਤ ਬਣਦੇ ਆ, ਔਰ ਦਿੱਲੀ ਦੰਗਿਆਂ ਤੋਂ ਪਹਿਲਾਂ ਪੰਜਾਬ ਦੇ ਹਾਲਾਤ ਜਿਹੜੇ ਕਿਹੋ ਜਿਹੇ ਸੀ, ਉਸ ਵੇਲੇ ਕਿੰਨੀ ਕੁ ਉਮਰ ਸੀ ਤੇ ਕਿੰਨੀ ਕੁ ਹੋਸ਼ ਸੀ, ਕੀ ਦੱਸਣਾ ਚਾਹੋਗੇ? ਸਭ ਤੋਂ ਪਹਿਲਾਂ ਗੁਰਪ੍ਰੀਤ ਸੰਧੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਕੇਸਰੀ ਵਿਰਾਸਤ ਚੈਨਲ ਰਾਹੀਂ ਆਮ ਲੋਕਾਂ ਦੇ ਰੂਬਰੂ ਕਰ ਰਹੇ ਹੋ। ਔਰ ਵਾਕਿਆ ਹੀ ਤੁਸੀਂ ਕਿਹਾ ਕਿ ਇੱਕ ਅਜਿਹਾ ਮਸਲਾ ਜਿਸ ਨੂੰ ਆਮ ਲੋਕ ਬਹੁਤ ਜ਼ਿਆਦਾ ਜਾਣਦੇ ਵੀ ਹਨ, ਲੇਕਿਨ ਕੁਝ ਐਸੀਆਂ ਗੱਲਾਂ ਜਿਹੜੀਆਂ ਕਿ ਅੱਜ ਬੱਚਿਆਂ ਨੂੰ ਨਹੀਂ ਪਤਾ ਕਿ ਉਸ ਵੇਲੇ ਉਹਨਾਂ ਟਾਈਮਾਂ ਦੇ ਉੱਤੇ ਕੀ ਕੁਝ ਹੋਇਆ ਸੀਗਾ, ਉਹ ਚੀਜ਼ਾਂ ਅਸੀਂ ਅੱਜ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਲੋਕਾਂ ਦੇ ਰੂਬਰੂ ਕਰ ਸਕੀਏ। ਸੋ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਕਿ ਤੁਸੀਂ ਮੈਨੂੰ ਇੱਥੇ ਆਪਣੇ ਸਟੂਡੀਓ ਦੇ ਵਿੱਚ ਬੁਲਾ ਕੇ ਮੌਕਾ ਦਿੱਤਾ। ਮੈਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ 84 ਵੇਲੇ ਜਾਂ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਸੀ, ਤੁਹਾਨੂੰ ਹਾਲਾਤ ਸੰਧੂ ਸਾਹਿਬ ਲਗਭਗ ਪਤਾ ਕਿ ਮੈਂ ਉਸ ਵੇਲੇ ਤਕਰੀਬਨ ਕਹਿ ਸਕਦਾ ਕਿ ਮੇਰਾ 19 ਸਾਲ ਦੀ ਉਮਰ ਸੀ ਉਸ ਵੇਲੇ ਜੀ। 19 ਸਾਲ ਦੀ ਉਮਰ ਦੇ ਵਿੱਚ ਆਪਾਂ ਬੱਚਾ ਹੀ ਕਹਿ ਸਕਦੇ ਹਾਂ, ਕਿਉਂਕਿ ਆਪਾਂ ਪਹਿਲਾਂ ਪੜ੍ਹ ਕੇ ਹਟਦੇ ਹਾਂ। ਜੀ।
ਇਹ ਤਕਰੀਬਨ 1980 ਦੇ ਵਿੱਚ ਮੈਂ ਮੈਟ੍ਰਿਕ ਕੀਤੀ। ਉਸ ਤੋਂ ਬਾਅਦ ਜਲੰਧਰ ਡੀਏਵੀ ਕਾਲਜ ਦੇ ਵਿੱਚ ਪੜ੍ਹਿਆ ਮੈਂ। ਆਪਾਂ ਗੱਲ ਕਰੀਏ ਕਿ ਉਸ ਟਾਈਮ ਦੇ ਉੱਤੇ ਹਾਲਾਤ ਜਿਹੜੇ ਆ ਖਾਸ ਤੌਰ ਤੇ ਪੰਜਾਬ ਦੇ ਜੀ, ਉਹ ਕੋਈ ਬਹੁਤ ਸੁਖਾਵੇਂ ਨਹੀਂ ਸੀ। ਅੱਛਾ, ਸੁਖਾਵੇਂ ਇਸ ਤਰ੍ਹਾਂ ਮੈਂ ਕਹਾਂਗਾ, ਇਹਦੇ ਵਿੱਚ ਹੀ ਇੱਕ ਗੱਲ ਜੁੜਦੀ ਹੈ ਕਿ ਅਸੀਂ ਇੱਥੇ ਜਲੰਧਰ ਪਠਾਨਕੋਟ ਚੌਕ ਤੋਂ ਇੱਧਰ ਨੂੰ ਪਠਾਨਕੋਟ ਵਾਸਤੇ ਇੱਕ ਸੜਕ ਜਾਂਦੀ ਹੈ। ਰਸਤੇ ਦੇ ਵਿੱਚ ਇੱਕ ਸਟੇਸ਼ਨ ਆਉਂਦਾ ਕਾਲਾ ਬੱਕਰਾ ਜੀ। ਮੈਂ ਔਰ ਮੇਰੇ ਫਾਦਰ ਸਾਹਿਬ ਉੱਥੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਸਾਨੂੰ ਉੱਥੇ ਨਾਕੇ ਦੇ ਉੱਤੇ ਰੋਕਿਆ। ਇਹ ਬਹੁਤ ਹੀ ਮੈਂ ਜ਼ਰੂਰੀ ਗੱਲ ਸਮਝਦਾ ਦੱਸਣੀ, ਕਿਉਂਕਿ ਹਾਲਾਤ ਉਸ ਵੇਲੇ ਇਦਾਂ ਦੇ ਬਣ ਚੁੱਕੇ ਹੋ ਸੀ। ਤਾਂ ਉਹਨਾਂ ਨੇ ਪੁੱਛਿਆ ਪਹਿਲਾਂ ਕਾਗਜ਼ ਪੱਤਰ, ਕਹਿੰਦੇ ਜੀ ਦਿਖਾਓ ਗੱਡੀ ਦੇ, ਦਿਖਾਇਆ ਸਾਰਾ ਕੁਝ। ਔਰ ਉਹਨਾਂ ਨੇ ਪੁਲਿਸ ਵਾਲਿਆਂ ਨੇ ਮੇਰੇ ਫਾਦਰ ਸਾਹਿਬ ਨੂੰ ਇਹ ਗੱਲ ਕਹੀ ਕਿ ਸ਼ੁਕਰ ਆ ਜੀ ਤੁਸੀਂ ਅੱਜ ਨਾਲ ਹੋ, ਨਹੀਂ ਤਾਂ ਸਾਨੂੰ ਟਾਰਗੇਟਸ ਮਿਲੇ ਹੋਏ ਆ। ਅਗਰ ਇਹ ਇਕੱਲਾ ਹੁੰਦਾ ਤਾਂ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਇੰਟਰੋਗੇਟ ਕਰ ਦੇਣਾ ਸੀ ਔਰ ਸ਼ਾਇਦ ਦੁਬਾਰਾ ਇਹ ਘਰ ਨਾ ਪਹੁੰਚ ਸਕਦਾ। ਔਰ ਉਸ ਵੇਲੇ ਮੈਂ ਇਹ ਸੋਚਿਆ ਕਿ ਕੀ ਅਸੀਂ ਇਹ ਹਿੰਦੁਸਤਾਨ ਜਾਂ ਭਾਰਤ ਦੇ ਵਿੱਚ ਹੀ ਬੈਠੇ ਹੋਏ ਵੀ ਜੇ ਅਸੀਂ ਇਕੱਲੇ ਜਾ ਰਹੇ ਹਾਂ ਤਾਂ ਸਾਡੇ ਨਾਲ ਆਹ ਕੁਛ ਹੋਣਾ। ਜੇ ਕੋਈ ਸਾਡੇ ਨਾਲ ਸਿਆਣਾ ਘਟਨਾਵਾਂ ਜਿਹੜੀਆਂ ਉਹ ਡਿਕਟੇਟਰਸ਼ਿਪ ਦੇ ਵਿੱਚ ਵੀ ਸ਼ਾਇਦ ਹੀ ਸੰਭਵ ਹੋਣ। ਬਿਲਕੁਲ ਜੀ, ਕਦੀ ਆਪਾਂ ਸੁਣਿਆ ਨਹੀਂ ਹੈ ਕਿ ਕਿਸੇ ਹੋਰ ਜਗ੍ਹਾ ਇਸ ਤਰ੍ਹਾਂ ਹੁੰਦੀਆਂ ਹੋਣ ਕਿ ਇੱਕ ਟਾਰਗੇਟ ਮਿਲ ਜਾਣੇ ਕਿ ਇੰਨੇ ਬੰਦੇ ਜੀ ਤੁਸੀਂ ਮਾਰਨੇ ਆ। ਜਾਂ ਮੈਂ ਬਹੁਤ ਹੀ ਉਹ ਗੱਲ ਸ਼ਾਇਦ ਰਹਿੰਦੀ ਉਮਰ ਤੱਕ ਮੇਰੇ ਜ਼ਿਹਨ ਦੇ ਵਿੱਚ, ਮੇਰੇ ਦਿਮਾਗ ਦੇ ਵਿੱਚ ਰਹੇਗੀ। ਅੱਛਾ ਆਜ਼ਾਦ ਸਾਹਿਬ, ਇੱਥੇ ਗੱਲ ਆ ਜਾਂਦੀ ਜਿਸ ਵੇਲੇ ਪੰਜਾਬ ਦੇ ਇਹ ਹਾਲਾਤ ਨੇ ਜੀ, ਇਸ ਵੇਲੇ ਦੋ ਤਰ੍ਹਾਂ ਦੇ ਵਿੱਚ ਪੰਜਾਬ ਉਸ ਵੇਲੇ ਵੰਡਿਆ ਗਿਆ ਸੀ ਜੀ। ਜੇ ਆਪਾਂ ਗੱਲ ਕਰੀਏ ਕਿ ਉਸ ਵੇਲੇ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਐਸੀ ਸ਼ਖਸੀਅਤ ਸੀ ਜੀ ਜਿਨ੍ਹਾਂ ਦਾ ਨਾਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਬਿਲਕੁਲ। ਤਾਂ ਅਗਰ ਉਹਨਾਂ ਦੀ ਗੱਲ ਕਰਦੇ ਹਾਂ, ਇੱਕ ਪਾਸੇ ਤਾਂ ਉਹ ਕੁਝ ਲੋਕ ਨੇ ਜਿਨ੍ਹਾਂ ਵਾਸਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਕੌਮ ਦੇ ਹੀਰੋ ਨੇ। ਬਿਲਕੁਲ। ਔਰ ਹੀਰੋ ਰਹੇ ਨੇ, ਅੱਜ ਵੀ ਉਹਨਾਂ ਲਈ ਹੀਰੋ ਚੱਲੇ ਆ ਰਹੇ ਨੇ ਜੀ, ਨਾਇਕ ਨੇ। ਤੇ ਦੂਜੇ ਪਾਸੇ ਜੇ ਦੇਖਿਆ ਕੁਝ ਲੋਕਾਂ ਲਈ ਉਹ ਜਿੰਨੇ ਨਾਇਕ ਨੇ ਉਹਨਾਂ ਦੇ ਵਾਸਤੇ ਉਹ ਓਡੇ ਹੀ ਵੱਡੇ ਖਲਨਾਇਕ ਨੇ। ਤੇ ਉਹਨਾਂ ਦਿਨਾਂ ਦੇ ਵਿੱਚ ਕੀ ਤੁਹਾਡਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਕਦੀ ਕੋਈ ਸਪੀਚ ਸੁਣੀ ਹੋਵੇ ਜਾਂ ਉਹਨਾਂ ਨੂੰ ਕਦੇ ਮਿਲਣ ਦਾ ਮੌਕਾ ਜਾਂ ਕਿਸ ਤਰ੍ਹਾਂ? ਇਹ ਬਹੁਤ ਵਧੀਆ ਤੁਹਾਡਾ ਸੰਧੂ ਸਾਹਿਬ ਸਵਾਲ ਹੈ ਜੀ। ਇਹ ਉਹਨਾਂ ਦੇ ਅਸੀਂ ਕੰਮਕਾਰ ਵੀ ਦੇਖੇ ਆ। ਅੱਛਾ, ਪਹਿਲੀ ਗੱਲ ਤਾਂ ਉਹ ਜੋ ਕਹਿ ਦਿੰਦੇ ਸੀ ਉਹ ਕਰਦੇ ਸੀ ਜੀ। ਮਤਲਬ ਬੇਸ਼ੱਕ ਉਹ ਕੁਝ ਵੀ ਉਹਨਾਂ ਨੂੰ ਕਰਨਾ ਪੈਂਦਾ ਸੀ ਉਹ ਕਰਦੇ ਸੀ। ਬਹੁਤ ਸਾਰੇ ਉਹਨਾਂ ਨੇ ਅੱਛੇ ਕੰਮ ਵੀ ਕੀਤੇ, ਜਿਸ ਤਰ੍ਹਾਂ ਜਿਨ੍ਹਾਂ ਦੇ ਵਿੱਚੋਂ ਮੈਂ ਐਗਜ਼ਾਮਪਲਾਂ ਦੇ ਸਕਦਾ ਕਿ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਦੇ ਵਿੱਚ ਉਹਨਾਂ ਨੇ ਇੱਕ ਲਿਮਟ ਲਗਾਤੀ ਸੀ ਕਿ ਸਿਰਫ ਇੰਨੇ 20 ਜਾਂ 21 ਬੰਦੇ ਹੀ ਜਾ ਸਕਦੇ ਆ। ਇਹ ਅੱਜ ਵੀ ਲੋਕ ਯਾਦ ਕਰ ਰਹੇ ਆ ਕਿ ਆਹ ਸਮਾਂ ਉਹ ਬਹੁਤ ਅੱਛਾ ਸੀਗਾ। ਲੇਕਿਨ ਸੰਧੂ ਸਾਹਿਬ ਤੁਹਾਨੂੰ ਪਤਾ ਕਿ ਜਿਸ ਵੇਲੇ ਵੀ ਕੋਈ ਅੱਛੇ ਕੰਮ ਹੋ ਰਹੇ ਹੋਣ ਤਾਂ ਵਿੱਚ ਕੋਈ ਨਾ ਕੋਈ ਗਲਤ ਐਲੀਮੈਂਟ ਜਿਹੜੇ ਆ ਉਹ ਵੀ ਨਾਲ ਐਂਟਰ ਹੋ ਜਾਂਦੇ ਆ। ਜਿਸ ਤਰ੍ਹਾਂ ਉਸ ਟਾਈਮ ਦੇ ਉੱਤੇ ਵੀ ਇਦਾਂ ਹੋਇਆ ਸੀ ਕਿ ਬਹੁਤ ਸਾਰੇ ਕੁਝ ਲੋਕ ਇਹ ਉਸ ਵੇਸ਼ਭੂਸ਼ਾ ਦੇ ਵਿੱਚ ਕਹਿ ਸਕਦੇ ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਐਂਟਰ ਹੋ ਚੁੱਕੇ ਸੀ ਕਿ ਜਿਨ੍ਹਾਂ ਨੇ ਲੁੱਟਮਾਰ ਵੀ ਸ਼ੁਰੂ ਕਰ ਦਿੱਤੀ ਸੀ। ਅੱਛਾ, ਜਦ ਕਿ ਉਹ ਉਹਨਾਂ ਦੇ ਬੰਦੇ ਨਹੀਂ ਸੀ ਅੱਗਿਓਂ। ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਬਾਅਦ ਦੇ ਵਿੱਚ ਜਿਸ ਵੇਲੇ ਅਰੈਸਟ ਕਰਕੇ ਪੁੱਛਿਆ ਵੀ ਗਿਆ ਤਾਂ ਉਹ ਜ਼ਿਆਦਾਤਰ ਲੁਟੇਰੇ ਹੁੰਦੇ ਸੀ। ਇਸ ਕਰਕੇ ਉਹ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਸ ਟਾਈਮ ਦੇ ਉੱਤੇ ਥੋੜਾ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕਹਿ ਸਕਦੇ ਆ ਜਾਂ ਸਰਕਾਰਾਂ ਦੇ ਇਹ ਸਾਰਾ ਕੁਝ ਹੁੰਦਾ ਆ। ਕਿਉਂਕਿ ਤੁਸੀਂ ਖੁਦ ਸਮਝਦੇ ਹੋ, ਤੁਸੀਂ ਆਪ ਬਹੁਤ ਅੱਛੇ ਜਰਨਲਿਸਟ ਹੋ, ਕਿ ਸਰਕਾਰਾਂ ਵੀ ਕੀ ਕੁਝ ਕਰ ਲੈਂਦੀਆਂ ਤਾਂ ਉਹਦੇ ਬਾਰੇ ਆਪਾਂ ਜ਼ਿਆਦਾ ਕੁਝ ਨਹੀਂ ਦੱਸ ਸਕਦੇ ਕਿਉਂਕਿ ਸਰਕਾਰਾਂ ਨੂੰ ਪਤਾ ਹੁੰਦਾ ਕਿ ਅਸੀਂ ਕਿਹੜੀ ਚੀਜ਼ ਨੂੰ ਦਬਾਉਣਾ, ਕਿੱਦਾਂ ਕਰਨਾ। ਤੁਸੀਂ ਗੱਲ ਕੀਤੀ ਹੈ ਸਪੀਚ ਦੀ, ਮੈਂ ਸਪੀਚ ਬਿਲਕੁਲ ਸੁਣੀ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ। ਆਪ ਮੈਂ ਅੱਜ ਦੇ ਬੱਚੇ ਤਾਂ ਸਿਰਫ ਫੋਟੋਆਂ ਦੇਖ ਰਹੇ ਆ, ਮੈਂ ਸਪੀਚ ਸੁਣੀ ਸੀ ਜਲੰਧਰ ਦੇ ਸੈਂਟਰਲ ਟਾਊਨ ਗੁਰਦੁਆਰੇ ਦੇ ਵਿੱਚ। ਅੱਛਾ, ਉਸ ਟਾਈਮ ਤੇ ਬੇਸ਼ੱਕ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਬੇਸ਼ੱਕ ਸਾਡੀ ਏਜ ਜਿਹੜੀ ਆ ਬਹੁਤ ਛੋਟੇ ਲੈਵਲ ਦੇ ਉੱਤੇ ਸੀ, ਲੇਕਿਨ ਚਲੋ ਸੁਣਨ ਦਾ ਜਾਂ ਪੜ੍ਹਨ ਦਾ ਸ਼ੁਰੂ ਤੋਂ ਸ਼ੌਕ ਰਿਹਾ ਹੈ। ਮੈਂ ਉੱਥੇ ਜਾ ਕੇ ਦੇਖਿਆ ਜਿਹੜੀ ਗੱਲ ਅੱਜ ਮੈਂ ਤੁਹਾਡੇ ਸਾਹਮਣੇ ਪਹਿਲੀ ਵਾਰੀ ਡਿਸਕਲੋਜ਼ ਕਰ ਰਿਹਾ, ਸ਼ਾਇਦ ਕਦੀ ਕਿਸੇ ਨੇ ਇਹ ਗੱਲ ਪੁੱਛੀ ਵੀ ਨਹੀਂ ਔਰ ਨਾ ਦੱਸੀ ਹੈ ਕਿਸੇ ਨੇ, ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਉਸ ਵੇਲੇ ਸਟੇਜ ਦੇ ਉੱਤੋਂ ਇਹ ਬਿਲਕੁਲ ਆਪਣਾ ਸੰਬੋਧਨ ਕਰ ਰਹੇ ਸੀ। ਜਿੰਨਾ ਕੁ ਸੰਬੋਧਨ ਕਰ ਰਹੇ ਸੀ ਮੈਂ ਲਾਈਫ ਦੇ ਵਿੱਚ ਨਾ ਪਹਿਲਾਂ ਕਦੀ ਨਾ ਅੱਜ ਤੱਕ ਦੇਖੀ ਹੈ ਇਹ ਚੀਜ਼ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਉਸ ਵੇਲੇ ਸੰਬੋਧਨ ਕਰ ਰਹੇ ਸੀ। ਜਿੰਨੀ ਪੁਲਿਸ ਸਿਕਿਉਰਿਟੀ ਜਾਂ ਪ੍ਰਸ਼ਾਸਨ ਆਪਾਂ ਕਹਿ ਸਕਦੇ ਹਾਂ ਲੱਗਿਆ ਹੋਇਆ ਸੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਅੱਗਿਓਂ ਆਪਾਂ ਕੋਈ ਵੀ ਵਰਡ ਯੂਜ਼ ਕਰ ਲਈਏ ਕਿ ਉਹਨਾਂ ਦੇ ਨਾਲ ਜਿਹੜੇ ਸੀਗੇ ਸਹਿਯੋਗੀ ਕਹਿ ਲਓ, ਕਿ ਅਗਰ ਇੱਕ ਸਿਪਾਹੀ ਵੀ ਖੜਾ ਸੀ ਤਾਂ ਉਹਦੇ ਆਲੇ ਦੁਆਲੇ ਘੱਟ ਤੋਂ ਘੱਟ 2-2 ਜਾਂ 3-3 ਉਹਨਾਂ ਦੇ
ਆਪਣੇ ਜਿਹੜੇ ਆ ਮਤਲਬ ਸਿੰਘਾਂ ਦੀ ਜਿਹੜੀ ਗਿਣਤੀ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਸਿੰਘਾਂ ਦੀ ਉਹ ਜ਼ਿਆਦਾ ਸੀ। ਬਹੁਤ ਜ਼ਿਆਦਾ ਸੀ ਜੀ। ਅੱਛਾ। ਤਾਂ ਮੈਂ ਇਹ ਚੀਜ਼ ਲਾਈਫ ਦੇ ਵਿੱਚ ਦੁਬਾਰਾ ਤਾਂ ਕਦੀ ਨਹੀਂ ਦੇਖੀ। ਅੱਛਾ, ਪਰ ਉਹਨਾਂ ਦੇ ਭਾਸ਼ਣ ਦੇ ਵਿੱਚੋਂ ਕੋਈ ਯਾਦ ਹੈ ਕੋਈ ਗੱਲਬਾਤ ਜਾਂ ਕਿਸ ਤਰ੍ਹਾਂ ਦਾ ਭਾਸ਼ਣ ਸੀ ਉਹਨਾਂ ਦਾ, ਉਹਦਾ ਕੀ ਅਰਥ ਨਿਕਲਦਾ ਸੀ? ਇਹ ਸੰਧੂ ਸਾਹਿਬ ਗੱਲ ਇਸ ਤਰ੍ਹਾਂ ਕਿ ਉਹਨਾਂ ਦੇ ਭਾਸ਼ਣ ਜਿਹੜਾ ਆ ਉਹ ਮੈਨੂੰ ਜ਼ਿਆਦਾ ਤਾਂ ਨਹੀਂ ਯਾਦ, ਲੇਕਿਨ ਇੰਨਾ ਮੈਨੂੰ ਜ਼ਰੂਰ ਯਾਦ ਹੈ ਕਿਉਂਕਿ ਇੱਕ ਤਾਂ ਮੈਂ ਦੱਸਿਆ ਕਿ ਪਹਿਲੇ ਸਟੇਜ ਉਹ ਕਾਫੀ ਹੋਰ ਸੀ ਸਾਡੀ, ਔਰ ਉਸ ਗੱਲ ਨੂੰ ਅੱਜ 36 ਸਾਲ ਦੇ ਕਰੀਬ ਹੋ ਚੁੱਕੇ ਹਨ। ਲੇਕਿਨ ਇੰਨਾ ਮੈਨੂੰ ਜ਼ਰੂਰ ਯਾਦ ਹੈ ਕਿ ਜਦੋਂ ਉਹਨਾਂ ਦਾ ਭਾਸ਼ਣ ਹੁੰਦਾ ਸੀ ਉਸ ਦੇ ਵਿੱਚ ਜੋਸ਼ ਇੰਨਾ ਜ਼ਿਆਦਾ ਹੁੰਦਾ ਸੀ ਕਿ ਇੱਕ ਆਮ ਜਿਹੜਾ ਇਨਸਾਨ ਆ ਉਹ ਵੀ ਸੋਚਦਾ ਹੁੰਦਾ ਸੀ ਕਿ ਮੈਂ ਵੀ ਕੁਝ ਕਰਾਂ, ਕਿਉਂਕਿ ਉਹਨਾਂ ਨੇ ਜ਼ਿਆਦਾ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਆਪਾਂ ਜਿਹੜਾ ਇੱਕ ਆਮ ਜਿਹੜਾ ਇਨਸਾਨ ਹੈਗਾ ਉਹਦੇ ਨਾਲ ਕਦੀ ਵੀ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਇਹ ਗੱਲ ਮੈਨੂੰ ਜ਼ਰੂਰ ਯਾਦ ਆ ਕਿ ਇਹ ਗੱਲ ਜ਼ਰੂਰ ਉਹ ਕਹਿੰਦੇ ਹੁੰਦੇ ਸੀ। ਜੀ। ਅੱਛਾ, ਇਹ ਸੀ ਸੰਤ ਭਿੰਡਰਾਂ ਵਾਲਿਆਂ ਦਾ ਕਿ ਠੀਕ ਹੈ, ਇੱਕ ਇਸ ਤਰ੍ਹਾਂ ਦਾ ਇਨਫਲੂਐਂਸ ਸੀ ਉਹਨਾਂ ਦਾ, ਇਸ ਤਰ੍ਹਾਂ ਦਾ ਪ੍ਰਭਾਵ ਸੀਗਾ ਕਿ ਉਸ ਪ੍ਰਭਾਵ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਆਪਣੇ ਘਰਾਂ ਨੂੰ ਛੱਡ ਕੇ ਜਾਨਾਂ ਦੀ ਪਰਵਾਹ ਕੀਤੇ ਬਗੈਰ ਇੱਕ ਮੁਹਿੰਮ ਦੇ ਵਿੱਚ ਸ਼ਾਮਲ ਹੋ ਗਏ ਸੀਗੇ, ਜਿਹਦਾ ਇਹ ਸੀਗਾ ਕਿ ਅਸੀਂ ਇਨਸਾਫ ਦਿਵਾਉਣਾ, ਜੋ ਵੀ ਅਫਸਰਸ਼ਾਹੀ, ਜੋ ਵੀ ਜਿਹੜੇ ਗਲਤ ਕੰਮ ਹੋ ਰਹੇ ਉਹਨਾਂ ਨੂੰ ਰੋਕਣਾ। ਅੱਛਾ, ਇਸੇ ਮੁਹਿੰਮ ਦੇ ਵਿੱਚ ਫਿਰ ਆ ਜਾਂਦਾ ਜੀ ਅਖੀਰ ਨੂੰ ਹਾਲਾਤ ਬਣ ਜਾਂਦੇ ਦਰਬਾਰ ਸਾਹਿਬ ਦੇ ਉੱਤੇ 84 ਦੇ ਵਿੱਚ ਅਟੈਕ ਵਾਲੇ ਜੀ। ਅੱਛਾ, ਉਹਨਾਂ ਦਿਨਾਂ ਦੀ ਕੋਈ ਜਿਹੜੀ ਘਟਨਾਵਾਂ ਨੇ ਜੀ, ਉਸ ਤੋਂ ਬਾਅਦ ਦਿੱਲੀ ਦੇ ਜਿਹੜੇ ਥੋੜੇ ਦੇਰ ਬਾਅਦ ਜਿਹੜਾ ਦਿੱਲੀ ਦੇ ਵਿੱਚ ਵੀ ਕਤਲੇਆਮ ਹੋ ਜਾਂਦਾ। ਬਿਲਕੁਲ ਜੀ। ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਆ? ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਦੁਬਾਰਾ ਇਹੀ ਕਹਾਂਗਾ ਕਿ ਜੋ ਵੀ ਦਰਬਾਰ ਸਾਹਿਬ ਦੇ ਉੱਤੇ ਹੋਇਆ ਉਹ ਸਾਰਾ ਕੁਝ ਗਲਤ ਸੀ, ਕਿਉਂਕਿ ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਧਰਮ ਦੇ ਵਿੱਚ ਆਪਾਂ ਸਿੱਧੇ ਲਫ਼ਜ਼ਾਂ 'ਚ ਕਹਿ ਸਕਦੇ ਹਾਂ ਦਖਲ ਅੰਦਾਜ਼ੀ ਇਸ ਤਰੀਕੇ ਦੇ ਨਾਲ ਨਹੀਂ ਹੋਣੀ ਚਾਹੀਦੀ ਸੀ ਕਿ ਉੱਥੇ ਲਿਆ ਕੇ ਟੈਂਕ ਇੱਕਦਮ ਉਹਨਾਂ ਦੇ ਨਾਲ ਅਟੈਕ ਕਰ ਦਿੱਤਾ ਜਾਵੇ। ਇਹ ਚੀਜ਼ ਗਲਤ ਸੀ। ਉਸ ਚੀਜ਼ ਨੂੰ ਹੱਲ ਕਰਨ ਦੇ ਹੋਰ ਵੀ ਬੜੇ ਤਰੀਕੇ ਹਨ, ਠੀਕ ਹੈ ਨਾ, ਉਸ ਤਰੀਕਿਆਂ ਨੂੰ ਰੋਕਿਆ ਜਾ ਸਕਦਾ ਸੀ। ਲੇਕਿਨ ਜਿਸ ਤਰ੍ਹਾਂ ਤੁਸੀਂ ਵਿੱਚੇ ਗੱਲ ਕੀਤੀ ਕਿ ਦਿੱਲੀ ਦੀ, ਮੈਂ ਗੱਲ ਇੱਥੋਂ ਹੀ ਸ਼ੁਰੂ ਕਰਦਾ ਜੀ ਦਿੱਲੀ ਦੀ, ਕਿ ਜਿਸ ਦਿਨ ਸ਼੍ਰੀਮਤੀ ਇੰਦਰਾ ਗਾਂਧੀ ਦਾ ਕਤਲ ਹੋਇਆ ਜੀ, ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ, ਮੈਂ ਉਹ ਸ਼ਖਸ ਹਾਂ ਕਿ ਉਸੇ ਦਿਨ ਸੇਮ ਡੇ ਮੈਂ ਇੱਥੋਂ ਪੰਜਾਬ ਤੋਂ ਦਿੱਲੀ ਗਿਆ। ਅੱਛਾ, ਅੱਜ ਦਾ ਹੀ ਦਿਨ ਸੀ ਉਹ। ਲਗਭਗ ਇਹ ਸੰਧੂ ਸਾਹਿਬ ਦੱਸਣ ਵਾਲੀ ਗੱਲ ਹੈ ਕਿਉਂਕਿ ਥੋੜ੍ਹੇ ਦਿਨ ਪਹਿਲਾਂ ਮੈਂ ਦਿੱਲੀ ਗਿਆ ਸੀ ਜੀ। ਹਰ ਮਾਂ ਕਹਿੰਦੀ ਆ ਕਿ ਮੇਰਾ ਬੱਚਾ ਜਿਹੜਾ ਹੈ ਨਾ ਉਹ ਡਾਕਟਰ ਬਣ ਜਾਵੇ, ਉਹ ਇੰਜੀਨੀਅਰ ਬਣ ਜਾਵੇ। ਅੱਜ ਹਰ ਮਾਂ ਇਹ ਕਹਿੰਦੀ ਆ ਜੀ। ਉਸ ਵੇਲੇ ਮੇਰਾ ਵੀ ਸ਼ੌਕ ਸੀਗਾ ਕੰਪਿਊਟਰਾਂ ਦਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਸੀਂ ਵੀ ਦੱਸ ਚੁੱਕੇ ਹੋ ਕਿ ਮੈਂ 1980 ਤੋਂ ਕੰਪਿਊਟਰ ਲਾਈਨ ਦੇ ਵਿੱਚ ਹਾਂ। ਅੱਜ ਮੈਨੂੰ 40-41 ਸਾਲ ਹੋ ਗਏ ਕੰਪਿਊਟਰ ਲਾਈਨ ਦੇ ਵਿੱਚ। ਸ਼ਾਇਦ ਮੈਂ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਕੰਪਿਊਟਰ ਲਿਆਉਣ ਵਾਲੇ ਅਸੀਂ ਹਾਂ ਜੀ। ਔਰ ਅੱਜ ਦੀ ਤਰੀਕ ਦੇ ਵਿੱਚ ਵੀ ਮੇਰੇ ਕੋਲ ਉਹ ਚੀਜ਼ਾਂ ਹਨ ਜੋ ਸ਼ਾਇਦ ਨਾ ਪਿਛਲੇ ਟਾਈਮ ਦੇ ਵਿੱਚ ਕਿਸੇ ਨੇ ਦੇਖੀਆਂ ਹੋਣੀਆਂ ਕੰਪਿਊਟਰ ਨਾਲ ਰਿਲੇਟਡ, ਔਰ ਨਾ ਆਉਣ ਵਾਲੇ ਸਮੇਂ 'ਚ, ਕਿਉਂਕਿ ਉਹ ਟੈਕਨੋਲੋਜੀ ਦੁਆਰਾ ਨਹੀਂ ਹੋਣੀ ਜੀ। ਉਦਾਹਰਨ ਦੇ ਤੌਰ ਤੇ ਮੈਂ ਦੱਸ ਸਕਦਾ ਕਿ 8 ਇੰਚ ਦੀ ਫਲੋਪੀ ਬੱਚਿਆਂ ਨੇ ਸੁਣਿਆ ਵੀ ਨਹੀਂ ਹੋਣਾ ਸ਼ਾਇਦ। ਕਿਤਾਬਾਂ ਦੇ ਵਿੱਚ ਤਾਂ ਉਹਨਾਂ ਨੇ 5.25 ਇੰਚ ਦੀ ਫਲੋਪੀ ਤੱਕ ਪੜ੍ਹਿਆ, ਜਾਂ 3.5 ਇੰਚ ਦੀ ਫਲੋਪੀ। ਸੋ 8 ਇੰਚ ਦੀ ਫਲੋਪੀ ਵਰਕਿੰਗ ਦੇ ਵਿੱਚ ਮੇਰੇ ਕੋਲ ਅੱਜ ਵੀ ਹੈ। ਮੈਂ ਅਗਰ ਇਹ ਜਿਹੜੀ ਕੰਪਿਊਟਰ ਦੀ ਵਿਰਾਸਤ ਹੈ ਇਹਦੀ ਤੁਸੀਂ ਸੰਭਾਲ ਕਰ ਹੀ ਬੈਠੇ ਹੋ। ਬਿਲਕੁਲ ਜੀ, ਰੱਖਿਆ ਹੋਇਆ। ਸੋ ਮੈਂ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਜਿਸ ਵੇਲੇ ਮੈਂ ਇੱਥੋਂ ਗਿਆ ਮੈਨੂੰ ਸ਼ੌਕ ਸੀ ਕਿ ਮੈਂ ਵੱਧ ਤੋਂ ਵੱਧ ਕੰਪਿਊਟਰ ਦੇ ਵਿੱਚ ਹੋਰ ਵੀ ਟੈਕਨੋਲੋਜੀ ਦੇ ਵਿੱਚ ਅੱਗੇ ਸਿੱਖਾਂ ਜੀ। ਮੈਂ ਦਿੱਲੀ ਗਿਆ ਤਾਂ ਮੇਰੀ ਮੰਮੀ ਹੋਣਾ ਨੇ ਮੇਰੇ ਡੈਡੀ ਹੋਣਾ ਨੂੰ ਕਿਹਾ ਕਿ ਵੈਸੇ ਇਹਨੂੰ ਘੁਮਾ ਕੇ ਲੈ ਆਓ, ਕਿਉਂਕਿ ਨਾਲ ਨਾਲ ਅੱਜ ਦੀ ਡੇਟ ਦੇ ਵਿੱਚ ਵੀ ਹਰ ਮਾਂ ਇਹ ਵੀ ਚਾਹੁੰਦੀ ਹੈ ਕਿ ਮੇਰਾ ਬੱਚਾ ਮੇਰੇ ਕੋਲ ਹੀ ਰਹੇ। ਬਿਲਕੁਲ, ਉਹਨਾਂ ਨੇ ਕਿਹਾ ਇਹਨੂੰ ਘੁਮਾ ਕੇ ਲੈ ਆਓ ਵੈਸੇ ਹੀ, ਤਾਂ ਇਹ ਉੱਥੇ ਸੈੱਟ ਨਾ ਹੋ ਸਕੇ। ਮੈਂ ਉਸ ਟਾਈਮ ਦੇ ਉੱਤੇ ਵੀ, ਹਾਲਾਂਕਿ ਮੇਰਾ ਉਸ ਵੇਲੇ ਸਿਰਫ 4 ਸਾਲ ਦਾ ਐਕਸਪੀਰੀਅੰਸ ਸੀਗਾ, ਅੱਜ ਮੈਨੂੰ ਬੇਸ਼ੱਕ 40-41 ਸਾਲ ਹੋ ਗਏ, ਲੇਕਿਨ ਮੈਂ ਜਿੱਥੇ ਵੀ ਜਾ ਕੇ ਇੰਟਰਵਿਊ ਦਿੰਦਾ ਸੀ ਮੈਂ ਉੱਥੇ ਪਾਸ ਹੋਈ ਜਾਂਦਾ ਸੀ। ਅੱਛਾ ਜੀ। ਔਰ ਬੜੀ ਇਹ ਖਾਸ ਗੱਲ ਹੈ, ਸੰਤੁਸ਼ਟੀ ਦਿੰਦੀ ਗੱਲ, ਸੰਤੁਸ਼ਟੀ ਆ। ਉਸ ਵੇਲੇ ਵੀ ਮੈਂ 3 ਲੈਂਗੁਏਜ ਦੇ ਵਿੱਚ ਕੰਪਿਊਟਰ ਦਾ ਸਾਰਾ ਕੁਝ ਕਰ ਲੈਂਦਾ ਸੀ। ਉਸ ਤੋਂ ਬਾਅਦ ਮੈਂ 8 ਲੈਂਗੁਏਜ ਤੱਕ ਵੀ ਕਰਦਾ ਰਿਹਾ ਜੀ। ਸ਼ਾਇਦ ਤੁਹਾਨੂੰ ਕੰਪਿਊਟਰ ਦੇ ਉੱਪਰ ਉਹਨਾਂ ਦਿਨਾਂ 'ਚ ਫਿਰ ਜਾਣਾ ਬਣਦਾ ਦਿੱਲੀ। ਬਿਲਕੁਲ ਜੀ। ਅੱਛਾ, ਦਿੱਲੀ ਦੇ ਜਦੋਂ ਜਾਂਦੇ ਆ ਉਸ ਵੇਲੇ ਕੀ ਹਾਲਾਤ ਸੀ ਉਦੋਂ ਦੇ? 31 ਅਕਤੂਬਰ ਸੀ ਉਦੋਂ, ਸ਼੍ਰੀਮਤੀ ਇੰਦਰਾ ਗਾਂਧੀ ਨੂੰ ਜਿਹੜੀਆਂ ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਸੀ ਉਹਨਾਂ ਵੱਲੋਂ। ਮੈਂ ਇਹੀ ਦੱਸਣ ਲੱਗਾ ਜੀ ਕਿ ਮੈਂ ਜਿਸ ਵੇਲੇ ਇੰਟਰਵਿਊ ਦੇ ਕੇ ਕਲੀਅਰ ਹੋ ਗਿਆ ਉੱਥੋਂ,
ਤਾਂ ਉਹਨਾਂ ਦੇ ਕੋਲੋਂ ਮੈਂ 1 ਹਫ਼ਤੇ ਦਾ ਟਾਈਮ ਮੰਗਿਆ ਅੱਛਾ ਵੀ 1 ਹਫ਼ਤੇ ਬਾਅਦ ਮੈਂ 1 ਤਰੀਕ ਨੂੰ ਜੁਆਇਨ ਕਰ ਲਵਾਂਗਾ। ਠੀਕ ਹੈ। ਤਾਂ ਨੈਚੁਰਲ ਗੱਲ ਆ ਕਿ ਮੈਂ 31 ਤਰੀਕ ਨੂੰ ਇੱਥੋਂ ਜਾਣਾ ਸੀਗਾ। ਹਾਂ ਠੀਕ ਹੈ। 31 ਤਰੀਕ ਨੂੰ ਜਿਸ ਵੇਲੇ ਮੈਂ ਇੱਥੋਂ ਗਿਆ, ਅੱਛਾ ਮਤਲਬ ਇੰਟਰਵਿਊ ਪਹਿਲਾਂ ਕਰ ਚੁੱਕੇ ਸੀ ਤੇ 31 ਤਰੀਕ ਨੂੰ ਉੱਥੇ ਜਾਣਾ ਸੀ ਤਾਂ ਕਿ ਪਹਿਲੀ ਤੋਂ ਕੰਮ ਸ਼ੁਰੂ ਕਰ ਸਕੀਏ। 1 ਹਫ਼ਤੇ ਦਾ ਮੈਂ ਗੈਪ ਲੈ ਲਿਆ ਸੀ ਜੀ ਜੀ। ਉਸ ਤੋਂ ਬਾਅਦ ਕੀ ਹੋਇਆ ਜੀ ਕਿ ਮੈਂ 31 ਤਰੀਕ ਨੂੰ ਜਿਸ ਵੇਲੇ ਇੱਥੋਂ ਗਿਆ, ਮੇਰੇ ਫਾਦਰ ਸਾਹਿਬ ਨੇ ਮੈਨੂੰ ਸਾਰਾ ਕੁਝ ਇੱਥੋਂ ਦੱਸ ਕੇ ਭੇਜਿਆ ਜੀ ਕਿ ਇਸ ਤਰੀਕੇ ਦੇ ਨਾਲ ਤੁਸੀਂ ਜਾਣਾ ਹੈ, ਕਿਉਂਕਿ ਮੈਂ 12 12:30 ਦੇ ਕਰੀਬ ਇੱਥੋਂ ਜਲੰਧਰ ਤੋਂ ਬੱਸ ਫੜੀ ਸੀ ਜੀ ਜੀ। ਲੇਕਿਨ ਉੱਥੇ 8 8:30 ਦੇ ਕਰੀਬ ਬੱਸ ਪਹੁੰਚਣੀ ਸੀ ਔਰ ਜਿਹੜੀ ਕਿ ਪਹੁੰਚ ਵੀ ਗਈ ਜੀ। ਜਿੱਦਾਂ ਹੀ ਇੱਥੋਂ ਬੱਸ ਦੇ ਵਿੱਚ ਮੈਨੂੰ ਚੜਾ ਕੇ ਮੇਰੇ ਫਾਦਰ ਸਾਹਿਬ ਵਾਪਸ ਆਏ। ਅੱਜ ਟੈਕਨੋਲੋਜੀ ਇੰਨੀ ਜ਼ਿਆਦਾ ਤੇਜ਼ ਹੈ ਕਿ ਸਾਡੇ ਮੋਬਾਈਲਾਂ ਦੇ ਉੱਤੇ ਜਾਂ ਸਾਨੂੰ ਟੀਵੀ ਰਾਹੀਂ ਬਹੁਤ ਕੁਝ ਬਹੁਤ ਜਲਦੀ ਨਾਲੋਂ ਨਾਲ ਖਬਰ ਮਿਲਦੀ ਹੈ, ਲੇਕਿਨ ਉਸ ਵੇਲੇ ਇਦਾਂ ਨਹੀਂ ਸੀ ਹੁੰਦਾ ਸਾਰਾ ਕੁਝ। ਉਸ ਵੇਲੇ ਜਿਸ ਵੇਲੇ ਵਾਪਸ ਉਹ ਆਏ ਆ, ਤੁਹਾਨੂੰ ਯਾਦ ਹੋਣਾ ਸੰਧੂ ਸਾਹਿਬ, ਤੁਸੀਂ ਵੀ ਬਹੁਤ ਦੇਰ ਤੋਂ ਇਸ ਫੀਲਡ ਵਿੱਚ ਹੋ, ਕਿ ਅਖਬਾਰਾਂ ਦੇ ਦਫ਼ਤਰਾਂ ਦੇ ਅੱਗੇ ਇਹ ਪਹਿਲਾਂ ਹੀ ਚੌਕ ਦੇ ਨਾਲ ਲਿਖ ਦਿੰਦੇ ਹੁੰਦੇ ਸੀਗੇ ਕੋਈ ਖਾਸ ਖਬਰ ਹੁੰਦੀ ਸੀ। ਜੀ ਜੀ। ਤਾਂ ਜਿਸ ਵੇਲੇ ਮੇਰੇ ਫਾਦਰ ਸਾਹਿਬ ਮੇਰੇ ਮਦਰ ਮੈਨੂੰ ਬੱਸ ਸਟੈਂਡ ਤੋਂ ਚੜਾ ਕੇ ਵਾਪਸ ਆਏ ਤਾਂ ਅਖਬਾਰ ਦੇ ਮੂਹਰੇ ਬੋਰਡ ਲੱਗ ਗਿਆ ਕਿ ਇੰਦਰਾ ਗਾਂਧੀ ਪਰ ਕਾਤਲਾਨਾ ਹਮਲਾ। ਤਾਂ ਸਾਡੇ ਫਾਦਰ ਸਾਹਿਬ ਨੇ ਉਸ ਵੇਲੇ ਮੇਰੇ ਮੰਮੀ ਉਹਨਾਂ ਨੂੰ ਕਿਹਾ ਵੀ ਆਪਣੇ ਕੋਲ ਬਹੁਤ ਵੱਡੀ ਇੱਕ ਗਲਤੀ ਹੋ ਗਈ। ਤਾਂ ਉਹ ਕਹਿੰਦੇ ਵੀ ਕੀ ਗੱਲ ਹੋ ਗਈ, ਕੁਛ ਪਰਸ ਭੁੱਲ ਗਿਆ ਘਰ ਜਾਂ ਕੋਈ ਆਪਣੇ ਸਰਟੀਫਿਕੇਟਸ ਭੁੱਲ ਗਿਆ ਜਾਂ ਕੀ ਗੱਲ ਹੋਈ। ਕਹਿੰਦੇ ਨਹੀਂ, ਇਸ ਤੋਂ ਵੀ ਵੱਡੀ ਗੱਲ ਹੋ ਗਈ ਆ। ਫਿਰ ਮੇਰੇ ਮਦਰ ਉਹਨਾਂ ਨੇ ਪੁੱਛਿਆ ਕਿ ਕੀ ਗੱਲ ਹੋ ਗਈ। ਉਹ ਕਹਿੰਦੇ ਵੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉੱਤੇ ਗੋਲੀਆਂ ਦੇ ਨਾਲ ਹਮਲਾ ਹੋ ਗਿਆ। ਤਾਂ ਜਿਸ ਤਰ੍ਹਾਂ ਆਮ ਲੇਡੀਜ਼ ਨੂੰ ਕਈ ਚੀਜ਼ਾਂ ਦਾ ਘੱਟ ਪਤਾ ਹੁੰਦਾ, ਜੈਂਟਸ ਨੂੰ ਜ਼ਿਆਦਾ ਪਤਾ ਹੁੰਦਾ। ਉਹ ਕਹਿੰਦੇ ਫਿਰ ਕੀ ਹੋ ਗਿਆ, ਲੀਡਰਾਂ ਦੇ ਉੱਤੇ ਗੋਲੀਆਂ ਚੱਲਦੀਆਂ ਰਹਿੰਦੀਆਂ। ਤਾਂ ਸਾਡੇ ਫਾਦਰ ਸਾਹਿਬ ਨੇ ਕਿਹਾ ਵੀ ਨਹੀਂ, ਜਿਸ ਵੇਲੇ ਕਿਸੇ ਵੱਡੇ ਲੀਡਰ ਦੇ ਉੱਤੇ ਕੋਈ ਇੱਦਾਂ ਦੀ ਗੱਲਬਾਤ ਹੋ ਜਾਂਦੀ ਆ ਤਾਂ ਕਈ ਵਾਰੀ ਹਾਲਾਤ ਦੇਸ਼ ਦੇ ਖਰਾਬ ਹੋ ਜਾਂਦੇ ਆ। ਉਸ ਵੇਲੇ ਕੀ ਹੋਇਆ ਕਿ ਸਾਡੀ ਬੱਸ ਜਾਈ ਜਾ ਰਹੀ ਆ। ਫਾਦਰ ਸਾਹਿਬ ਨੇ ਇੱਕਦਮ ਪਹਿਲਾਂ ਇਹ ਸੋਚਿਆ ਕਿ ਆਪਾਂ ਕੋਈ ਨਾ ਕੋਈ ਟੈਕਸੀ ਕਰਕੇ ਜਾਂ ਕਿੱਦਾਂ ਮਗਰ ਬੱਸ ਦੇ ਗੱਡੀ ਲਗਾਈਏ ਜੀ, ਕਿਉਂਕਿ ਸਾਡੇ ਘਰ ਦੇ ਵਿੱਚ ਅਸੂਲ ਹੈ ਕਿ ਅਸੀਂ ਕਿਸੇ ਨੂੰ ਵੀ ਸੀ ਆਫ ਕਰਨ ਜਾਂਦੇ ਹਾਂ ਤਾਂ ਬੱਸ ਦਾ ਜਾਂ ਨੰਬਰ ਜ਼ਰੂਰ ਨੋਟ ਕਰਦੇ ਹਾਂ। ਅੱਜ ਵੀ ਅਸੂਲ ਇਹੀ ਆ। ਨੰਬਰ ਉਹਨਾਂ ਕੋਲ ਸੀਗਾ। ਫਿਰ ਉਹਨਾਂ ਨੇ ਸੋਚਿਆ ਵੀ ਇਸ ਗੱਲ ਨੂੰ ਹੁਣ ਲਗਭਗ 1 ਘੰਟਾ ਹੋ ਚੁੱਕਾ ਵੀ ਬੱਸਾਂ ਬਹੁਤ ਸਪੀਡ ਦੇ ਉੱਤੇ ਜਾਂਦੀਆਂ, ਜਿਹੜੀਆਂ ਹਾਈਵੇ ਦੇ ਉੱਤੇ ਜਾਂਦੀਆਂ। ਖੈਰ ਕਰਦੇ ਕਰਾਉਂਦੇ ਉਹ ਘਰ ਆ ਗਏ। ਸਾਡੀ ਬੱਸ ਜਿਹੜੀ ਆ ਉਹ ਰਾਤ ਨੂੰ 8 8:30 ਦੇ ਵਿੱਚ ਦਿੱਲੀ ਬੱਸ ਅੱਡੇ ਦੇ ਵਿੱਚ ਪਹੁੰਚ ਗਈ ਹੈ। ਇਹ ਗੱਲ ਮੈਂ ਦੱਸਣੀ ਇਹ ਤਾਂ ਜ਼ਰੂਰੀ ਸਮਝਦਾ ਕਿ ਉਸ ਵੇਲੇ ਮੇਰਾ ਡਬਲ ਮਾਈਂਡਡ ਹੋ ਗਿਆ ਮੈਂ, ਕਿਉਂਕਿ ਸਾਡੇ ਫਾਦਰ ਸਾਹਿਬ ਨੇ ਕਿਹਾ ਸੀ ਕਿ ਜੇ ਤੂੰ ਰਾਤ ਨੂੰ ਥੋੜੀ ਲੇਟ ਬੱਸ ਪਹੁੰਚਣੀ ਆ, ਬੇਸ਼ੱਕ ਉਸ ਸਾਈਡ ਵਾਸਤੇ ਆਟੋ ਕਰ ਲਈਓ ਜਾਂ ਉਸ ਸਾਈਡ ਨੂੰ ਇਸ ਨੰਬਰ ਦੀ ਬੱਸ ਜਾਂਦੀ ਆ। ਸੋ ਮੈਂ ਰੋਡ ਦੇ ਉੱਤੇ ਸਾਹਮਣੇ ਦੇਖ ਰਿਹਾ ਕਿ ਆਟੋ ਖੜਾ ਆ, ਇਧਰੋਂ ਦੇਖ ਰਿਹਾ ਕਿ ਇੱਕ ਬੱਸ ਆ ਰਹੀ ਆ ਔਰ ਸੇਮ ਨੰਬਰ ਦੀ ਬੱਸ ਉਹ ਆ ਗਈ ਜੀ ਸੰਧੂ ਸਾਹਿਬ, ਜਿਹੜੀ ਕਿ ਉਸ ਏਰੀਆ ਨੂੰ ਜਾਣੀ ਸੀ। ਕਿਉਂਕਿ ਤਾਜ਼ਾ ਯਾਦ ਸੀ ਮੈਨੂੰ ਵੀ ਇਹ ਬੱਸ ਜਾਣੀ ਆ। ਸੋ ਮੈਂ ਉਸ ਬੱਸ ਦੇ ਵਿੱਚ ਚੜ ਗਿਆ ਜੀ। ਬੱਸ ਸਟੈਂਡ ਤੋਂ ਬੱਸ ਚੱਲੀ ਆ, ਜਿੱਦਾਂ ਹੀ ਯਮਨਾ ਦਾ ਪੁਲ ਪਾਰ ਕੀਤੀ ਹੈ ਬੱਸ ਦੇ ਉੱਤੇ ਬਿਲਕੁਲ ਮੇਰੇ ਨਾਲ ਇੱਕ ਬੰਦਾ ਆ ਕੇ ਬੈਠਿਆ। ਉਸਨੇ ਮੈਨੂੰ ਕਿਹਾ ਕਿ ਅੱਗੇ ਜਾ ਕੇ ਪਟਪੜਗੰਜ ਡਿਪੂ ਦਾ ਕੰਡਕਟਰ ਆਵਾਜ਼ ਮਾਰੇਗਾ, ਮੈਨੂੰ ਉਠਾ ਦਿਓ। ਮੈਂ ਕੱਲ ਦੀ ਨਾਈਟ ਲਾਈ ਹੋਈ ਆ, ਮੈਨੂੰ ਨਹੀਂ ਪਤਾ ਲੱਗਣਾ, ਸ਼ਾਇਦ ਨੀਂਦ ਆ ਜਾਵੇ। ਸੋ ਮੈਂ ਕਿਹਾ ਕੋਈ ਗੱਲ ਨਹੀਂ ਜੀ। ਲੇਕਿਨ ਉਹ ਤਾਂ ਟਾਈਮ ਆਇਆ ਨਹੀਂ। ਜਿੱਦਾਂ ਹੀ ਯਮਨਾ ਦਾ ਪੁਲ ਬੱਸ ਨੇ ਕ੍ਰਾਸ ਕੀਤਾ, ਬੱਸ ਦੇ ਉੱਤੇ ਇੰਨਾ ਇੱਟਾਂ ਪੱਥਰ ਸ਼ੁਰੂ ਹੋ ਗਏ ਕਿ ਅਸੀਂ ਖੁਦ ਹੈਰਾਨ ਰਹਿ ਗਏ ਵੀ ਆਹ ਕੀ ਹੋ ਗਿਆ ਜੀ। ਸੋ ਬੱਸ ਦੇ ਵਿੱਚ ਅੱਗੇ ਦੇਖਿਆ, ਅੱਗੇ ਵੀ ਬੱਸਾਂ ਹੀ ਬੱਸਾਂ ਖੜੀਆਂ ਸੀ। ਸਾਈਡਾਂ ਦੇ ਉੱਤੇ ਦੇਖਿਆ, ਕਿਉਂਕਿ ਜਿਸ ਵੇਲੇ ਆਪਾਂ ਬੱਸ ਦੇ ਵਿੱਚ ਬੈਠੇ ਹੁੰਦੇ ਆ ਤਾਂ ਆਮ ਲੋਕੀ ਜਿਹੜੇ ਬਾਹਰ ਖੜੇ ਆ ਉਹਨਾਂ ਤੋਂ ਆਪਾਂ ਉੱਚੇ ਹੁੰਦੇ ਉਸ ਵੇਲੇ। ਮੈਂ ਦੇਖਿਆ ਕਿ ਉੱਥੇ ਘੱਟ ਤੋਂ ਘੱਟ 1000-1500 ਬੰਦੇ ਦੀ ਜਿਹੜੀ ਆ ਮੌਬ, ਜਿਹਨੂੰ ਆਪਾਂ ਕਹਿ ਸਕਦੇ ਹਾਂ ਮੌਬ ਹੈ, ਔਰ ਸੜਕ ਦੇ ਉੱਤੇ ਟਾਇਰਾਂ ਦੀ ਅੱਗ ਬਾਲੀ ਹੋਈ ਆ। ਬਹੁਤ ਉੱਚੀਆਂ ਲਪਟਾਂ ਔਰ ਜਿਹਦੇ ਵਿੱਚ ਮੈਂ ਆਪਣੇ ਅੱਖੀਂ ਦੇਖੇ ਕਿ ਜਿੰਦੇ ਬੰਦਿਆਂ ਨੂੰ ਸੁੱਟੀ ਜਾ ਰਹੇ ਆ। ਸੋ ਇੰਨੀ ਜ਼ੋਰ ਦੀ ਇੱਟਾਂ ਪੱਥਰ ਵੀ ਸ਼ੁਰੂ ਹੋ ਗਏ, ਨਾਲ ਇੱਕ ਆਵਾਜ਼ ਉਸ ਲਈ ਆ ਰਹੀ ਸੀ ਸੰਧੂ ਸਾਹਿਬ, ਸਰਦਾਰਾਂ ਨੂੰ ਮਾਰ ਦਿਓ, ਸਰਦਾਰਾਂ ਨੂੰ ਮਾਰ ਦਿਓ। ਨਾਲ ਇੱਕ ਹੋਰ ਆਵਾਜ਼ ਆ ਰਹੀ ਸੀ, ਇਹਨਾਂ ਨੇ ਸਾਡੀ ਮਾਂ ਨੂੰ ਮਾਰ ਦਿੱਤਾ, ਇਹਨਾਂ ਨੂੰ ਮਾਰ ਦਿਓ। ਸੋ ਮੇਰਾ ਖਿਆਲ 2 ਜਾਂ 2.5 ਮਿੰਟ ਦਾ ਟਾਈਮ ਲੱਗਾ ਹੋਣਾ ਪੂਰੀ ਬੱਸ ਖਾਲੀ ਹੋਣ ਨੂੰ। ਤਾਂ ਕਿਉਂਕਿ ਇੱਕ ਇਨਸਾਨ ਪਹਿਲੀ ਵਾਰੀ ਜਿਸ ਵੇਲੇ ਜਾਂਦਾ ਦੂਸਰੀ ਜਗ੍ਹਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਉੱਥੇ ਜਾ ਕੇ ਆਪਾਂ ਕੀ ਕਰਨਾ। ਮੈਂ ਹੈਰਾਨ ਰਹਿ ਗਿਆ ਕਿ ਆਹ ਕੀ ਹੋ ਗਿਆ। ਇੱਕ ਮੈਂ ਇਕੱਲਾ ਬੈਠਾ ਰਹਿ ਗਿਆ ਬੱਸ ਦੇ ਵਿੱਚ। ਬਾਕੀ ਸਾਰੀ ਬੱਸ 2 ਜਾਂ 2.5 ਮਿੰਟ 'ਚ ਖਾਲੀ ਹੋ ਗਈ। ਹੋਰ ਵੀ ਸਰਦਾਰ ਸੀਗੇ ਬੱਸ 'ਚ? ਇਹ 2 ਜਾਂ 3 ਸੀਗੇ ਜੀ। ਲੇਕਿਨ ਉਹ ਵੀ ਉਤਰ ਗਏ ਫਟਾਫਟ? ਉਹ ਪਹਿਲਾਂ ਉਤਰ ਗਏ ਕਿਉਂਕਿ ਉਹ ਲੋਕਲ ਸੀਗੇ, ਉਹਨਾਂ ਨੂੰ ਪਤਾ ਸੀ ਜਾਂ ਕਿੱਦਾਂ।
ਮੈਂ ਤਾਂ ਪਹਿਲਾਂ ਹੈਰਾਨ ਹੀ ਰਹਿ ਗਿਆ। ਜੀ ਦੂਸਰੀ ਕੀ ਸੀ ਸੰਧੂ ਸਾਹਿਬ, ਮੇਰੇ ਕੋਲ ਸਮਾਨ ਬਹੁਤ ਜ਼ਿਆਦਾ ਸੀ ਕਿਉਂਕਿ ਮੈਂ ਫਸਟ ਟਾਈਮ ਜਾ ਰਿਹਾ ਸੀ। ਜੀ ਜੀ ਜੋ ਪੰਜਾਬ ਦੀ ਇਹ ਵਿਰਾਸਤ ਹੈ, ਹੂੰ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮੱਕੀ ਦਾ ਆਟਾ, ਸਰੋਂ ਦਾ ਸਾਗ, ਹੂੰ ਇੱਥੇ ਤੱਕ ਵੀ ਮੇਰੇ ਘਰਦਿਆਂ ਨੇ ਮੈਨੂੰ ਦਿੱਤਾ ਸੀ ਵੀ ਤੂੰ ਰਿਸ਼ਤੇਦਾਰੀ 'ਚ ਜਾਣਾ, ਆ ਲੈ ਉਹਨਾਂ ਵਾਸਤੇ ਸੁਗਾਤ ਲੈ ਕੇ ਜਾ। ਸੁਗਾਤ ਲੈ ਕੇ ਮਤਲਬ ਭਾਰ ਮੇਰੇ ਕੋਲ 40 ਤੋਂ 45 ਕਿਲੋ ਦੇ ਕਰੀਬ ਘੱਟ ਤੋਂ ਘੱਟ ਮਤਲਬ ਹੋਏਗਾ। ਕਿ ਅਸੀਂ ਆਮ ਹਾਲਾਤਾਂ ਵਾਂਗੂ ਘਰ ਤੋਂ ਨਿਸ਼ਚਿੰਤ ਹੋ ਕੇ ਨਿਕਲੇ ਸੀ, ਕੋਈ ਪਤਾ ਹੀ ਨਹੀਂ ਸੀ। ਰਿਸ਼ਤੇਦਾਰਾਂ ਦੇ ਗਿਫਟ ਲੈ ਕੇ ਨਿਕਲੇ ਸੀ, ਬਿਲਕੁਲ। ਪਰ ਅਚਾਨਕ ਉੱਥੇ ਜਾ ਕੇ ਦੇਖਿਆ ਕਿ ਬਿਲਕੁਲ। ਅੱਗੇ ਇਹ ਰੌਲਾ ਪੈ ਰਿਹਾ ਸੀ ਕਿ ਸਰਦਾਰਾਂ ਨੂੰ ਮਾਰ ਦਿਓ। ਜੀ ਫਿਰ ਕੀ ਹੋਇਆ? ਫਿਰ ਇਹ ਹੋਇਆ ਜੀ ਕਿ ਮੈਂ ਵਿੱਚੋਂ 3 ਬੰਦੇ ਜਿਹੜੇ ਆ, ਕਿਉਂਕਿ ਮੈਂ ਇਕੱਲਾ ਬੈਠਾ ਰਹਿ ਗਿਆ, ਉਹ ਫਿਰ ਮੈਨੂੰ ਆ ਗਿਆ, ਕਹਿੰਦੇ ਜੀ ਉਤਰੋ ਥੱਲੇ ਬੱਸ ਅੱਛਾ। ਵਿੱਚ। ਬੱਸ ਵਿੱਚੋਂ ਜਿਸਲੇ ਉਤਰੋ ਤਾਂ ਉਤਰਨਾ ਪੈਣਾ ਸੀ ਜੀ। ਜਿਸਲੇ ਕਿਉਂਕਿ 2 ਆਪਣੇ ਦਰਵਾਜ਼ੇ ਹੁੰਦੇ ਆ, ਇੱਕ ਅੱਗੇ ਇੱਕ ਪਿੱਛੇ। ਜੀ 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 ਅਗਲੇ ਦਰਵਾਜ਼ੇ ਥਾਣੀ ਉਹਨਾਂ ਨੇ ਮੈਨੂੰ ਉਤਾਰਿਆ। ਅੱਛਾ ਜਿਸਲੇ ਮੈਂ ਪਹਿਲਾਂ ਕਿਉਂਕਿ ਦੇਖ ਚੁੱਕਾ ਸੀ ਬੱਸ ਦੇ ਵਿੱਚ ਬੈਠਾ ਜੀ ਕਿ ਜੀਂਦੇ ਬੰਦਿਆਂ ਨੂੰ ਬਿਲਕੁਲ ਸੁੱਟੀ ਜਾ ਰਿਹਾ ਅੱਗ ਦੇ ਵਿੱਚ, ਔਰ ਸਰਦਾਰਾਂ ਨੂੰ ਚਸ਼ਮਦੀਦ ਤੁਸੀਂ ਬਿਲਕੁਲ ਚਸ਼ਮਦੀਦ ਆ ਜੀ। ਅੱਜ ਵੀ ਮੈਂ ਜਿੱਥੇ ਮਰਜ਼ੀ ਮੈਨੂੰ ਕਹਾਇਆ ਜਾ ਸਕਦਾ, ਔਰ ਉਹਨਾਂ ਨੇ ਮੇਰਾ ਵੀ ਇਹੀ ਹਾਲ ਕਰਨਾ ਸੀ। ਮੈਂ ਹਜੇ ਬੱਸ ਦੀਆਂ ਜਿਹੜੀਆਂ ਆਪਣੀਆਂ 2 ਜਾਂ 3 ਸਟੈਪ ਹੁੰਦੇ ਆ, ਉਹਨਾਂ ਸਟੈਪਸ ਦੇ ਉੱਤੇ ਹੀ ਸੀਗਾ ਹਜੇ। ਤਾਂ ਉਹਨਾਂ ਨੇ ਕਿਹਾ ਪਹਿਲਾਂ ਇਹਦੀ ਪੱਗ ਲਾਓ। ਅੱਛਾ। ਪੱਗ ਤੁਹਾਨੂੰ ਪਤਾ ਕਿ ਇੱਕ ਸਰਦਾਰ ਬੰਦੇ ਦੀ ਜਿਹੜੀ ਆ ਉਹ ਸ਼ਾਨ ਆ, ਆਨ ਆ, ਸਾਰਾ ਕੁਝ ਆ ਜੀ, ਇੱਜ਼ਤ ਆ ਸਾਡੀ। ਮੈਂ ਉਸ ਵੇਲੇ ਇੱਕਦਮ ਮੇਰੇ ਮਾਈਂਡ ਨੇ ਕੰਮ ਕੀਤਾ ਕਿ ਅਗਰ ਅਸੀਂ ਇੱਥੇ ਹੱਥੋਂ ਪਾਈ ਹੋਏ, ਇਹ ਪੱਗ ਤਾਂ ਫਿਰ ਵੀ ਪੈਰਾਂ 'ਚ ਰੁਲਣੀ ਆ। ਜੀ ਜੀ ਮੈਂ ਆਪਣੇ ਹੱਥੀਂ ਪੱਗ ਜਿਹੜੀ ਹੈ ਲਾ ਕੇ ਉਹਨਾਂ ਨੂੰ ਫੜਾਤੀ ਵੀ ਆਹ ਲਓ ਜੀ ਪੱਗ। ਉਹਨਾਂ ਨੇ ਮੇਰੇ ਹੱਥੋਂ ਪੱਗ ਫੜੀ ਔਰ ਸਿੱਧੀ ਇੱਦਾਂ ਅੱਗ ਦੇ ਵਿੱਚ ਸੁੱਟੀ। ਫਿਰ ਇਮੀਡੀਏਟਲੀ ਮੈਂ ਕੀ ਐਕਸ਼ਨ ਲਿਆ ਕਿ ਜਿਸਲੇ ਮੈਂ, ਕਿਉਂਕਿ ਸਟੈਪਸ ਦੇ ਉੱਤੇ ਸੀਗਾ, ਉਹ ਬੰਦੇ 3 ਥੱਲੇ ਖੜੇ ਸੀਗੇ ਜੀ। ਉਸ ਵੇਲੇ ਅਸੀਂ ਵੀ ਹਜੇ ਕਾਲਜ ਤੋਂ ਨਵੇਂ ਨਿਕਲੇ ਸੀ। ਤਾਂ ਮੈਂ ਸਿੱਧਾ ਕਿੱਕ ਮਾਰੀ। ਅੱਛਾ। ਕਿੱਕ ਮਾਰੀ ਤਾਂ ਉਹਨਾਂ ਦੇ ਬੰਦਿਆਂ ਦੇ ਲੱਗ ਗਈ। ਅੱਛਾ। ਉਹ ਲੱਗ ਗਈ ਤਾਂ ਇੱਕ ਮੈਂ ਬੱਸ ਦੀਆਂ ਪੌੜੀਆਂ ਦੇ ਵਿੱਚ ਖੜੇ ਜੀ। ਅੱਛਾ ਜੀ। ਹਜੇ ਮੈਂ ਉਤਰਿਆ ਨਹੀਂ ਸੀ। ਉਹ ਜਿਸਲੇ ਉਹਨਾਂ ਦੇ ਲੱਗ ਗਈ, ਇਸ ਤਰ੍ਹਾਂ ਬੱਸ ਖੜੀ ਸੀ ਜੀ। ਤਾਂ ਜਿਸਲੇ ਮੈਂ ਉਹ ਕਿੱਕ ਮਾਰੀ ਉਹਨਾਂ ਦੇ, ਤਾਂ ਉਹਨਾਂ ਦੇ ਲੱਗ ਗਈ, ਤਾਂ ਉਹ ਪਿੱਛੇ ਨੂੰ ਹੋਏ। ਤਾਂ ਮੈਂ ਇੱਧਰ ਸੰਧੂ ਸਾਹਿਬ ਬਿਲਕੁਲ ਅੱਗ ਮੈਂ ਸਾਹਮਣੇ ਦੇਖਣ ਡਿਆ ਬਲਦੀ ਹੋਈ, ਤਾਂ ਮੈਂ ਇੱਧਰੋਂ ਬਿਲਕੁਲ ਨਾਲ ਨਹੀਂ ਦੌੜਿਆ। ਅੱਛਾ। ਪਿੱਛੇ ਨੂੰ ਮੈਂ ਬੱਸ ਦੇ ਉੱਪਰੋਂ ਦੀ ਇੱਦਾਂ ਚੱਕਰ ਕੱਟ ਕੇ ਦੂਸਰੇ ਪਾਸਿਓਂ ਦੀ ਅਗਲੇ ਪਾਸੇ, ਹਾਂਜੀ ਅਗਲੇ ਪਾਸਿਓਂ ਦੀ ਇੱਦਾਂ ਚੱਕਰ ਕੱਟ ਕੇ ਫਿਰ ਵਿੱਚ ਆਪਣਾ ਸੈਂਟਰ ਡਿਵਾਈਡਰ ਜਿਸ ਤਰ੍ਹਾਂ ਆ ਜਾਂਦਾ, ਉਹਦੇ ਨਾਲ ਹੋ ਕੇ ਬੱਸ ਦੇ, ਤਾਂ ਮੈਂ ਪਿੱਛੇ ਨੂੰ ਦੌੜ ਆਇਆ। ਅੱਛਾ। ਉਹੀ 3 ਬੰਦੇ ਜਿਨ੍ਹਾਂ ਨੇ ਪਹਿਲਾਂ ਮੈਨੂੰ ਫੜਿਆ ਸੀ, ਉਹ ਬੰਦੇ ਮੇਰੇ ਪਿੱਛੇ ਦੌੜਨੇ ਸ਼ੁਰੂ ਹੋ ਗਏ। ਅੱਛਾ। ਮੇਰੀ ਸੋਚ ਇਹ ਸੀ ਉਸ ਵੇਲੇ ਕਿ ਆਪਣੀ ਜਾਨ ਤਾਂ ਬਚਾਉਣੀ ਆ। ਹਰ ਇਨਸਾਨ ਦੀ ਉਸ ਵੇਲੇ ਸੋਚ ਇਹੀ ਹੋਏਗੀ। ਹਾਂ ਬਿਲਕੁਲ। ਮੈਂ ਦੌੜਿਆ। ਅੱਜ ਵੀ ਮੇਰੀਆਂ ਅੱਖਾਂ ਵੈਸੇ ਭਰ ਆਉਂਦੀਆਂ ਜਿਸ ਵੇਲੇ ਉਹ ਸੀਨ ਮੈਨੂੰ ਯਾਦ ਆਉਂਦਾ ਜੀ। ਦੇਖੋ ਅਸੀਂ ਵੀ ਸਾਰ ਰੋਕ ਕੇ ਸੁਣਿਆ ਤੁਹਾਡੀ ਗੱਲ ਨੂੰ, ਸਾਨੂੰ ਵੀ ਅੱਖਾਂ ਸਾਹਮਣੇ ਜੋ ਵਾਪਰਦਾ ਮਹਿਸੂਸ ਹੋ ਰਿਹਾ। ਜਿਸ ਵੇਲੇ ਮੈਂ ਦੌੜ ਕੇ ਤਾਂ ਮੈਂ ਇੱਕ ਗਲੀ ਦੇ ਵਿੱਚ ਵੜ ਗਿਆ। ਉਹ 3 ਬੰਦੇ, ਕਿਉਂਕਿ ਖਾਲੀ ਹੱਥ ਸੀ, ਮੇਰੇ ਕੋਲ ਸਮਾਨ ਦਾ ਭਾਰ ਸੀ, ਮੇਰੀ ਸਪੀਡ ਨੈਚੁਰਲੀ ਘੱਟ ਹੋਏਗੀ। ਮੈਂ ਜਿੱਦਾਂ ਹੀ ਗਲੀ ਦੇ ਅੰਦਰ ਵੜਿਆ ਤਾਂ ਉਸੇ ਵੇਲੇ ਉਹਨਾਂ ਨੇ 3 ਨੇ ਫੜ ਲਿਆ ਮੈਨੂੰ ਆ ਕੇ। ਅੱਛਾ। ਕਿਉਂਕਿ ਉਹ ਖਾਲੀ ਹੱਥ ਸੀ, ਸਪੀਡ ਜ਼ਿਆਦਾ ਸੀ ਉਹਨਾਂ ਦੀ। ਉਹਨਾਂ ਨੇ ਜੀ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਅੱਛਾ। ਫਿਰ ਮੈਂ ਦਿਲ ਦੇ ਸੋਚਿਆ ਵੀ ਹੁਣ ਹੱਥੋਂ ਪਾਈ ਕਰਨੀ ਪੈਣੀ ਹੈ। ਮੈਂ ਸੰਧੂ ਸਾਹਿਬ ਇੱਥੇ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜੀ, ਇਹਦੇ ਵਿੱਚ ਹੀ ਐਡ ਕਰਨੀ ਚਾਹੁੰਦਾ ਕਿ ਇੱਥੇ ਜਿਸ ਤਰ੍ਹਾਂ ਵੀ ਜਦੋਂ ਵੀ ਸ਼ੋਭਾ ਯਾਤਰਾ ਨਿਕਲਦੀ ਆ ਜੀ, ਮੈਂ ਉਹਦੇ ਵਿੱਚ ਗੱਤਕਾ ਵੀ ਖੇਡਦਾ ਰਿਹਾ। ਅੱਛਾ ਜੀ। ਮੈਂ ਕਰਾਟੇ ਨਗਰ ਕੀਰਤਨ 'ਚ ਤੁਸੀਂ ਜਿਹੜੇ ਆ ਉਹ ਗੱਤਕਾ ਵੀ ਖੇਡਦੇ ਰਹੇ ਆ, ਔਰ ਮੈਂ ਕਰਾਟਿਆਂ ਦੇ ਸਿੱਖੇ ਹੋਏ ਸੀਗੇ ਜੀ ਜੀ ਜੀ। ਸੋ ਮੈਨੂੰ 3 ਬੰਦੇ ਉਹ ਨਾ ਕੁਝ ਵੀ ਨਹੀਂ ਲੱਗ ਰਹੇ ਸੀਗੇ। ਅੱਛਾ। ਵੀ ਇਹ ਤਾਂ ਕੁਝ ਵੀ ਨਹੀਂ, ਕਿਉਂਕਿ ਮੈਂ ਜੇ 1000-1500 ਦੀ ਮੌਬ ਦੇ ਵਿੱਚੋਂ ਨਿਕਲ ਆਇਆ ਨਾ, ਮੈਨੂੰ ਯਕੀਨ ਆਪਣੇ ਆਪ ਤੇ ਇੰਨਾ ਹੋ ਚੁੱਕਾ ਸੀ ਕਿ ਹੁਣ ਮੈਂ ਬਚ ਗਿਆ। ਸੋ ਮੈਂ ਆਪਣਾ ਸਮਾਨ ਇੱਕ ਵਾਰੀ ਥੱਲੇ ਰੱਖਿਆ, ਔਰ ਜਿਸ ਵੇਲੇ ਉਹਨਾਂ ਨੇ ਮੇਰੇ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਮੈਂ ਵੀ ਆਪਣਾ ਸ਼ੁਰੂ ਹੋ ਗਿਆ, ਜਿਹਦੇ ਵਿੱਚੋਂ ਇੱਕ ਬੰਦੇ ਨੂੰ ਮੈਂ ਬਿਲਕੁਲ ਥੱਲੇ ਇੱਕਦਮ ਸੁੱਟ ਲਿਆ, ਔਰ ਦੂਸਰੇ ਨੂੰ ਮੈਂ ਫੜਿਆ ਹੋਇਆ, ਔਰ ਤੀਸਰੇ ਨੂੰ ਜਿਸ ਵੇਲੇ ਦੇਖਣ ਦੇ ਵਿੱਚ ਆਇਆ ਉਹਨੂੰ ਕਿ ਇਹ ਬੰਦਾ ਤਾਂ ਬਹੁਤ ਜ਼ੋਰ ਦੀ ਸਾਨੂੰ 3 ਨੂੰ ਮਾਰ ਰਿਹਾ, ਉਹਨੇ ਉਹਨਾਂ ਦੋਨਾਂ ਨੂੰ ਕਿਹਾ ਵੀ ਇਹਨੂੰ ਫੜ ਕੇ ਰੱਖਿਓ। ਮੈਂ ਹੋਰ ਜ਼ਿਆਦਾ ਬੰਦੇ ਲੈ ਗਿਆ ਉਹਨਾਂ। ਇਹ ਆਪਣੇ ਸਿੰਘ ਦਾ ਜਿਹੜਾ ਜੋਸ਼ ਆ ਉਸ ਵੇਲੇ ਬਿਲਕੁਲ ਜੀ ਕਾਇਮ ਹੋ ਗਿਆ, ਗੁਰੂ ਮਹਾਰਾਜ ਦੀ ਜਿਹੜੀ ਕਿਰਪਾ ਨਾਲ। ਗੁਰੂ ਗੋਬਿੰਦ ਸਿੰਘ ਜੀ ਦਾ ਕਹਿ ਲਈਏ ਕਿ ਆਪਾਂ ਇੰਨਾ ਹਿਸਟਰੀ ਪੜ੍ਹੀ ਆ, ਉਸ ਵੇਲੇ ਜੋਸ਼ ਇੰਨਾ ਜ਼ਿਆਦਾ ਵਾਕਿਆ ਹੀ ਆ ਗਿਆ ਸੀ ਕਿ ਮੈਨੂੰ ਇਹ ਲੱਗਿਆ ਕਿ ਹੁਣ ਆਪਾਂ ਬਸ ਕੁਛ ਨਾ ਕੁਛ ਕਰਨਾ ਜੀ। ਉਹ ਦੋਨੇ ਹੀ ਬੰਦਿਆਂ ਨੂੰ ਮੈਂ ਸੁੱਟਿਆ ਹੋਇਆ ਸੀ। ਤੀਸਰਾ ਬੰਦਾ ਦੌੜ ਗਿਆ। ਮੈਂ ਕਿਹਾ ਜਾ ਜਿੰਨੇ ਮਰਜ਼ੀ ਬੰਦੇ ਲਿਆ ਜੀ। ਲੇਕਿਨ ਸੰਧੂ ਸਾਹਿਬ ਤੁਹਾਨੂੰ ਪਤਾ ਵੀ ਜਦੋਂ ਆਪਾਂ ਕਿਸੇ ਨਵੇਂ ਏਰੀਏ ਦੇ ਵਿੱਚ ਜਾਂਦੇ ਆ, ਆਪਾਂ ਨੂੰ ਉਸ ਏਰੀਏ ਦੇ ਬਾਰੇ ਕੁਝ ਨਹੀਂ ਪਤਾ ਹੁੰਦਾ।
ਉਹ ਦੋ ਬੰਦਿਆਂ ਦੀ ਮੈਂ 1-2 ਮਿੰਟ ਦੇ ਵਿੱਚ ਹੀ ਹਾਲਤ ਇਦਾਂ ਦੀ ਕਰਤੀ ਸੀ ਕਿ ਉਹ ਉੱਠਣ ਜੋਗੇ ਨਹੀਂ ਸੀ ਰਹੇ। ਅੱਛਾ। ਤੀਸਰਾ ਉਹ ਜ਼ਿਆਦਾ ਬੰਦਿਆਂ ਨੂੰ ਲੈਣ ਚਲੇ ਗਿਆ। ਮੈਂ ਉਸ ਤੋਂ ਬਾਅਦ ਫਿਰ ਦੁਬਾਰਾ ਸਮਾਨ ਚੱਕ ਕੇ ਆਪਣਾ ਦੌੜਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਮੇਰੇ ਵਾਲ ਵਗੈਰਾ ਵੀ ਖੁੱਲ ਗਏ ਸੀ ਸਾਰੇ, ਕਿਉਂਕਿ ਪੱਗ ਪਹਿਲਾਂ ਹੀ ਉਹਨਾਂ ਨੇ ਅੱਗ ਦੇ ਵੀ ਸੁੱਟ ਦਿੱਤੀ ਸੀ। ਮੇਰੇ ਵਾਲ ਵੀ ਖੁੱਲ ਗਏ ਸੀ ਔਰ ਮੈਂ ਖੁੱਲੇ ਵਾਲਾਂ ਦੇ ਉੱਤੇ ਹੀ ਦੌੜਦਾ ਰਿਹਾ। ਜਿੱਥੇ ਵੀ ਮੈਂ 2-3 ਏਦਾਂ ਗਲੀਆਂ ਘੁੰਮ ਘੰਮ ਕੇ ਜਾਂਦਾ ਸੀ ਤਾਂ ਉਹ ਬਾਹਰ ਫਿਰ ਮੇਨ ਰੋਡ ਦੇ ਉੱਤੇ ਨਿਕਲ ਜਾਂਦੀਆਂ ਸੀ। ਸਾਹਮਣੇ ਮੈਨੂੰ ਫੇਰ ਅੱਗ ਬਲਦੀ ਦਿਸਦੀ ਸੀ, ਕਿਉਂਕਿ ਏਰੀਆ ਵੱਖਰਾ ਸੀਗਾ। ਤਕਰੀਬਨ 15 ਕੁ ਮਿੰਟ ਮੈਂ ਇਸ ਤਰ੍ਹਾਂ ਦੌੜਦਾ ਰਿਹਾ ਜੀ। ਦੌੜਦੇ ਅਖੀਰ ਮੈਂ ਕਿਹਾ ਵੀ ਇਹ ਤਾਂ ਅੱਜ ਮਰੇਗਾ, ਫਸ ਗਏ ਅੱਜ ਆਪਾਂ। ਲੇਕਿਨ ਪਤਾ ਨਹੀਂ ਪਰਮਾਤਮਾ ਨੇ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਮਿਹਰ ਕਰ ਦਿੱਤੀ। ਇੱਕ ਘਰ ਦਾ ਦਰਵਾਜ਼ਾ ਮੈਨੂੰ ਖੁੱਲ੍ਹਾ ਦਿਸ ਪਿਆ ਔਰ ਉੱਥੇ ਮੈਨੂੰ ਸਰਦਾਰ ਦਿਸ ਪਏ ਬੰਦੇ। ਔਰ ਜਿੱਦਾਂ ਹੀ ਉਹਨਾਂ ਨੇ ਮੈਨੂੰ ਦੇਖਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਆ ਜਾ, ਇੱਥੇ ਆ ਜਾ, ਇੱਥੇ ਤੈਨੂੰ ਕੁਝ ਵੀ ਹੋ ਜਾਊਗਾ, ਪਹਿਲਾਂ ਅਸੀਂ ਮਰ ਜਾਵਾਂਗੇ ਫਿਰ ਤੈਨੂੰ ਹੱਥ ਲਾਉਣ ਦੇਵਾਂਗੇ। ਉਹਨਾਂ ਦੇ ਇੰਨੇ ਕਹਿਣ ਦੀ ਗੱਲ ਸੀ ਸੰਧੂ ਸਾਹਿਬ, ਮੇਰੇ ਜਿਹੜਾ ਜੋਸ਼ ਸੀਗਾ ਉਹ ਇੱਕਦਮ ਕਹਿ ਲਓ ਕਿ ਠੰਡਾ ਹੋ ਗਿਆ ਜਾਂ ਕਿੱਦਾਂ। ਲੇਕਿਨ ਸਮਾਨ ਜਿਹੜਾ ਆ ਮੇਰੇ 'ਚ ਇੰਨੀ ਵੀ ਹਿੰਮਤ ਨਹੀਂ ਰਹੀ ਕਿ ਸਮਾਨ ਚੱਕ ਕੇ ਮੈਂ ਉਹਨਾਂ ਦੇ ਅੰਦਰ ਰੱਖ ਲਵਾਂ। ਉਹਨਾਂ ਦੇ ਗੇਟ ਦੇ ਵਿੱਚ ਹੀ ਮੈਂ ਰੱਖ ਦਿੱਤਾ ਸਮਾਨ। ਮੈਂ ਆਪ, ਉਹਨਾਂ ਨੇ ਮੈਨੂੰ ਅੰਦਰ ਕਰ ਲਿਆ, ਖੈਰ ਸਮਾਨ ਵੀ ਉਹਨਾਂ ਨੇ ਅੰਦਰ ਕਰ ਲਿਆ। ਰਾਤ ਰੱਖਿਆ ਉਹਨਾਂ ਨੇ ਮੈਨੂੰ। ਰਾਤ ਰੱਖਣ ਤੋਂ ਬਾਅਦ ਤਕਰੀਬਨ 2 ਤੋਂ 2:30 ਵਜੇ ਦਾ ਸਮਾਂ ਸੀ ਰਾਤ ਨੂੰ। ਉਹਨਾਂ ਨੇ ਪਹਿਲਾਂ ਮੈਨੂੰ ਪੁੱਛਿਆ, ਉਸ ਲੇਡੀ ਨੇ ਪੁੱਛਿਆ ਜਿਨ੍ਹਾਂ ਦੇ ਮੈਂ ਘਰ ਰੁਕਿਆ, ਜਿਸ ਵੇਲੇ ਪਹਿਲਾਂ ਮੈਂ ਬਿਲਕੁਲ ਪਹੁੰਚਿਆ ਹੀ ਆ, ਉਹਨਾਂ ਨੇ ਮੈਨੂੰ ਪੁੱਛਿਆ ਵੀ ਤੇਰੀ ਫਲਾਈਟ ਠੀਕ ਠਾਕ ਉਤਰੀ? ਮੈਂ ਬੜਾ ਹੈਰਾਨ ਰਹਿ ਗਿਆ ਉਹਨਾਂ ਦੀ ਗੱਲ ਸੁਣ ਕੇ ਵੀ ਇਹ ਮੈਨੂੰ ਫਲਾਈਟ ਦੀ ਗੱਲ ਕਰ ਰਿਹਾ। ਮੈਂ ਕਿਹਾ ਜੀ ਮੈਂ ਕਿਸੇ ਫਲਾਈਟ ਦੇ ਵਿੱਚ ਨਹੀਂ ਆਇਆ, ਮੈਂ ਤਾਂ ਪੰਜਾਬ ਤੋਂ ਆ ਰਿਹਾ। ਉਸ ਲੇਡੀ ਨੇ ਕਿਹਾ ਕਿ ਅਸਲ ਦੇ ਵਿੱਚ ਮੇਰੇ ਬ੍ਰਦਰ ਨੇ ਬਾਹਰੋਂ ਆਉਣਾ ਸੀਗਾ, ਅੱਜ ਹੀ ਆਉਣਾ ਸੀਗਾ, ਵੀ ਕਾਫੀ ਸਾਲਾਂ ਬਾਅਦ ਆਉਣਾ ਸੀ, ਵੀ ਤੇਰਾ ਫੇਸ ਜਿਹੜਾ ਬਿਲਕੁਲ ਉਹਦੇ ਨਾਲ ਰਲਦਾ ਸੀ, ਅਸੀਂ ਤੈਨੂੰ ਉਹ ਸਮਝ ਕੇ ਹੀ ਅੰਦਰ ਬੁਲਾ ਲਿਆ ਸੀ, ਲੇਕਿਨ ਹੁਣ ਤੂੰ ਘਬਰਾਉਣਾ ਨਹੀਂ, ਹੁਣ ਤੂੰ ਵੀ ਸਾਡਾ ਬ੍ਰਦਰ ਹੀ ਆ। ਜੀ ਇਹ ਬੜੀ ਅਜਾਜ਼ ਸਾਹਿਬ ਤੁਹਾਡੀ ਗੱਲ ਨੂੰ ਸੁਣ ਕੇ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅੱਖਾਂ ਦੇ ਸਾਹਮਣੋਂ ਕੋਈ ਫਿਲਮ ਚੱਲਦੀ ਹੈ ਨਾ, ਜਿਹਦੇ ਵਿੱਚ ਹਿੰਸਾ ਭਰੀ ਹੁੰਦੀ ਹੈ। ਇੱਕ ਵਿਅਕਤੀ ਸਰਵਾਈਵ ਕਰਨ ਲਈ ਆਪਣੇ ਨੂੰ ਬਚਾਉਣ ਵਾਸਤੇ ਜੱਦੋ-ਜਹਿਦ ਜਿਹੜੀ ਆ ਕਰ ਰਿਹਾ ਤੇ ਇਸ ਜੱਦੋ-ਜਹਿਦ ਦੇ ਵਿੱਚ ਫਿਰ ਸਹਾਰਾ ਵੀ ਬਣਿਆ, ਕਿਸੇ ਤਰੀਕੇ ਨਾਲ ਬਣਿਆ ਤੇ ਲੇਕਿਨ ਸਹਾਰਾ ਬਣ ਗਿਆ। ਬਿਲਕੁਲ ਜੀ। ਉਸ ਤੋਂ ਬਾਅਦ ਫਿਰ ਕੀ ਮਹਿਸੂਸ ਕੀਤਾ, ਕੀ ਹੋਇਆ? ਉਸ ਤੋਂ ਬਾਅਦ ਸੰਧੂ ਸਾਹਿਬ ਇਸ ਤਰ੍ਹਾਂ ਹੋਇਆ ਕਿ ਜਿਸ ਵੇਲੇ ਇਸ ਤਰ੍ਹਾਂ ਉਹਨਾਂ ਨੇ ਮੈਨੂੰ ਰੱਖ ਲਿਆ ਅੰਦਰ, ਫਿਰ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਬੇਸ਼ੱਕ ਤੂੰ ਮੇਰਾ ਭਰਾ ਨਹੀਂ ਆ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਮੇਰੀ ਭੈਣ ਹੀ ਹੋ ਅੱਜ ਤੋਂ ਬਾਅਦ। ਉਹ ਕਹਿੰਦੇ ਤੂੰ ਭਰਾ ਹੀ ਆ। ਚਲੋ ਖੈਰ, ਉਹਨਾਂ ਨੇ ਮੇਰੇ ਨਾਲ ਭਲਾ ਕੀਤਾ ਸੀ। ਉਸ ਦਾ ਰਿਜ਼ਲਟ ਉਹਨਾਂ ਨੂੰ ਪ੍ਰਮਾਤਮਾ ਨੇ ਨਾਲ ਹੀ ਦੇ ਦਿੱਤਾ ਕਿ ਰਾਤ ਨੂੰ ਜਿਹੜੀ ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ ਸੀ ਕਿ 2 ਤੋਂ 2:30 ਵਜੇ ਦੇ ਕਰੀਬ ਉਹਨਾਂ ਦੇ ਬੰਦਾ ਆਇਆ ਇੱਕ, ਉਹ ਕਹਿੰਦੇ ਵੀ ਤੁਹਾਡਾ ਅੱਜ ਬਹੁਤ ਵੱਡਾ ਬਚਾਅ ਹੋ ਗਿਆ। ਉਹ ਕਹਿੰਦੇ ਕਿਸ ਤਰ੍ਹਾਂ ਬਚਾਅ ਹੋ ਗਿਆ ਜੀ? ਕਹਿੰਦੇ ਉੱਥੇ ਜਿਹੜਾ ਟੈਕਸੀ ਸਟੈਂਡ ਦੇ ਉੱਤੇ ਤੁਹਾਡੀ ਕਾਰ ਖੜੀ ਸੀ ਨਾ, ਉਹ ਬਿਲਕੁਲ ਸੈਂਟਰ ਦੇ ਵਿੱਚ ਖੜੀ ਸੀਗੀ। ਜਿਹੜਾ ਮੌਬ ਸੀਗਾ ਉਹ ਆਸੇ-ਪਾਸੇ ਵਾਲੀਆਂ ਦੋਨਾਂ ਗੱਡੀਆਂ ਨੂੰ ਅੱਗ ਲਾ ਗਿਆ, ਜਦ ਕਿ ਉਹ ਦੋਨੋਂ ਆਸੇ-ਪਾਸੇ ਵਾਲੀਆਂ ਗੱਡੀਆਂ ਹਿੰਦੂਆਂ ਦੀਆਂ ਸੀਗੀਆਂ। ਇਹਨਾਂ ਦੇ ਬਿਲਕੁਲ ਸੈਂਟਰ ਦੇ ਵਿੱਚ ਖੜੀ ਸੀਗੀ। ਉਹ ਗੱਡੀ ਬਿਲਕੁਲ ਬਚੀ ਰਹਿ ਗਈ ਜੀ। ਉਹਨਾਂ ਨੇ ਫਿਰ ਮੈਨੂੰ ਇਹ ਗੱਲ ਉਸ ਵੇਲੇ ਸੁਣਾਈ, ਕਹਿੰਦੇ ਵੀ ਤੇਰਾ ਅਸੀਂ ਬਚਾਅ ਕੀਤਾ ਤਾਂ ਸਾਡੀ ਗੱਡੀ ਦਾ ਬਚਾਅ ਹੋ ਗਿਆ। ਖੈਰ ਉਹਨਾਂ ਨੇ 2-2:30 ਵਜੇ ਤੋਂ ਬਾਅਦ ਕਿਸੇ ਤਰੀਕੇ ਦੇ ਨਾਲ ਆਪਣੀ ਗੱਡੀ ਨੂੰ ਕਿਸੇ ਸੇਫ ਜਗ੍ਹਾ ਦੇ ਉੱਤੇ ਲਗਾ ਲਿਆ ਜੀ। ਮੇਰੇ ਸੰਧੂ ਸਾਹਿਬ ਕਹਿਣ ਦਾ ਭਾਵ ਇਹ ਹੈ ਕਿ ਪ੍ਰਮਾਤਮਾ ਇੱਥੇ ਹੀ ਹੈ, ਸਾਰਾ ਕੁਝ ਨਾਲੋਂ ਨਾਲ ਰਿਜ਼ਲਟ ਮਿਲਦਾ ਉਸ ਚੀਜ਼ ਦਾ। ਸੋ ਸਮਾਂ ਬੀਤਿਆ। ਪਰ ਜਿਹੜੀ ਇਹ ਤੁਹਾਡੀ ਗੱਲ ਜਿਹੜੀ ਕੀਤੀ, ਜਿੱਥੇ ਤੁਸੀਂ ਗੱਲ ਸੀ ਵੀ 2 ਹਿੰਦੂ ਪਰਿਵਾਰਾਂ ਦੀਆਂ ਜਿਹੜੀਆਂ ਗੱਡੀਆਂ ਆਲੇ ਦੁਆਲੇ ਆ ਜੀ, ਗੁਰਸਿੱਖ ਦੀ ਵਿਚਾਲੇ ਖੜੀ ਆ ਜੀ, ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਮੌਬ ਆ, ਅਟੈਕ ਕਰਨ ਵਾਲੇ ਜਿਹੜੇ ਲੋਕ ਆ, ਜਿਵੇਂ ਕਿ ਅਸੀਂ ਅਕਸਰ ਸਮਝਿਆ ਜਾਂਦਾ ਕਿ ਇਹ ਰਿਐਕਸ਼ਨ ਜਿਹੜਾ ਉਹ ਹਿੰਦੂਆਂ ਨੇ ਕੀਤਾ ਸੀ। ਤੇ ਕੀ ਤੁਹਾਨੂੰ ਲੱਗਦਾ ਕਿ ਇਹ ਹਿੰਦੂ ਸੀ ਤਾਂ ਫਿਰ ਉਹਨਾਂ ਨੇ ਹਿੰਦੂਆਂ ਦੀਆਂ ਗੱਡੀਆਂ ਕਿਉਂ ਸਾੜੀਆਂ? ਕੀ ਮਹਿਸੂਸ ਕਰਦੇ ਤੁਸੀਂ? ਮਤਲਬ ਉਹ ਸੁਣਨ ਦੇ ਵਿੱਚ ਇਹ ਆਇਆ ਸੀਗਾ ਜੀ, ਕਿਉਂਕਿ ਉਹ ਗੱਡੀ ਵੀ ਤੀਸਰੀ, ਮੈਂ ਜਿਸ ਤਰ੍ਹਾਂ ਦੱਸ ਰਿਹਾ ਕਿ ਬਾਅਦ ਵਿੱਚ ਉੱਥੇ ਚੁੱਕੀ ਗਈ ਸੀ, ਤਾਂ ਫਿਰ ਬਾਅਦ ਦੇ ਵਿੱਚ ਇਹ ਆਇਆ ਸੀਗਾ, ਕਹਿੰਦੇ ਨਹੀਂ ਜੀ ਉਹ ਗੱਡੀ ਹੈ ਨਾ ਭੁਲੇਖੇ ਦੇ ਨਾਲ ਲੱਗ ਗਈ ਅੱਗ ਜਿਹੜੀ ਆ। ਉਹ ਬਾਅਦ ਦੇ ਵਿੱਚ ਫਿਰ ਤੀਸਰੀ ਗੱਡੀ ਨੂੰ ਵੀ ਲੱਭਣ ਆਏ ਸੀਗੇ, ਬਕਾਇਦਾ ਉਹਨਾਂ ਦੇ ਕੋਲ ਨੰਬਰ ਲਿਖੇ ਹੋਏ ਸੀਗੇ। ਉਹ ਕਹਿੰਦੇ ਗੱਡੀ ਜਿਹੜੀ ਆ ਉਹ ਸਾੜਨੀ ਸੀ, ਲੇਕਿਨ ਆਸੇ-ਪਾਸੇ ਵਾਲੀਆਂ ਗੱਡੀਆਂ ਸਾੜੀਆਂ ਗਈਆਂ ਵੀ ਸਾਨੂੰ ਆਹ ਨੰਬਰ ਦਿੱਤਾ ਗਿਆ ਸੀਗਾ ਵੀ ਇਸ ਨੰਬਰ ਦੀ ਗੱਡੀ ਸਰਦਾਰਾਂ ਦੀ ਆ। ਤੁਹਾਡੇ ਮੁਤਾਬਕ ਹਰ ਇੱਕ ਦੀ ਜਿਹੜੀ ਸੀ ਉਹ ਸਕ੍ਰਿਪਟ ਤਿਆਰ ਹੋਈ ਸੀ, ਬਕਾਇਦਾ ਬਿਲਕੁਲ ਯੋਜਨਾ ਬਣੀ ਹੋਈ ਸੀ, ਹਥਿਆਰਬੰਦ ਕੀਤਾ ਗਿਆ ਬਿਲਕੁਲ ਜੀ। ਅੱਛਾ, ਇਹ ਇਸ ਤੋਂ ਅੱਗੇ ਫਿਰ ਕੋਈ ਖਾਸ ਗੱਲ ਹੋਰ? ਮੈਂ ਖਾਸ ਗੱਲ ਦੱਸਦਾ ਜੀ, ਤੁਸੀਂ ਸੁਣ ਕੇ ਹੈਰਾਨ ਰਹਿ ਜਾਣਾ ਕਿ ਉਸ ਰਾਤ ਜਾਂ ਬਾਅਦ ਦੇ ਵਿੱਚ ਵੀ ਜੀ ਇੰਨੀ ਜ਼ਿਆਦਾ ਲੁੱਟ ਖਸੁੱਟ ਹੋਈ। ਸਰਦਾਰਾਂ ਦੇ ਸ਼ੋਰੂਮ, ਟੈਲੀਵਿਜ਼ਨਾਂ ਦੇ, ਫਰਿੱਜਾਂ ਦੇ, ਇੱਥੇ ਤੱਕ
ਗਿਰੀ ਹੋਈ ਲੋਕਾਂ ਨੇ ਹਰਕਤ ਕੀਤੀ ਹੂੰ ਕਿ ਜਿੱਥੇ ਦੁਕਾਨਾਂ ਦੇ ਵਿੱਚ, ਸ਼ੋਰੂਮਾਂ ਦੇ ਵਿੱਚ ਗੱਦੇ ਜਿਹੜੇ ਆ, ਅੱਛਾ ਫਰਨੀਚਰ ਦੀਆਂ ਦੁਕਾਨਾਂ ਦੇ ਉੱਤੇ ਗੱਦੇ ਲੁੱਟ ਕੇ, ਹੂੰ ਇਹ ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜੇ ਝੁੱਗੀ ਚੌਂਪੜੀਆਂ ਵਾਲੇ ਸੀਗੇ, ਹੂੰ ਕਿਉਂਕਿ ਉਹ ਵੀ ਨਾਲ ਰਲੇ ਹੋਏ ਸੀ, ਉਹਨਾਂ ਨੇ ਆਪਣੇ ਸੂਰਾਂ ਦੇ ਥੱਲੇ ਉਹ ਗੱਦੇ ਵਿਛਾ ਤੇ ਲਿਜਾ ਕੇ। ਅੱਛਾ, ਆਹ ਗੱਲ ਕਦੀ ਸੁਣੀ ਨਹੀਂ ਹੋਏਗੀ ਤੁਸੀਂ। ਨਹੀਂ ਸੁਣੀ। ਮਤਲਬ ਸੂਰਾਂ ਦੇ ਥੱਲੇ ਗੱਦੇ ਵਿਛਾ ਤੇ ਲਿਜਾ ਕੇ, ਮਤਲਬ ਲੁੱਟ ਦਾ ਮਾਲ ਸਮਝ ਲਓ, ਕਹਿੰਦੇ ਹਾਂਜੀ। ਵੀ ਗਨੀਮਤ ਸਮਝ ਕੇ ਫਿਰ ਉਹਨੂੰ ਲੁੱਟ ਨਹੀਂ ਲਿਆ। ਤਾਂ ਸੂਰ ਤਾਂ ਜਿੱਥੇ ਰਹਿੰਦੇ ਉੱਥੇ ਸਫਾਈ ਵੀ ਪਤਾ ਨਹੀਂ ਕਦੀ ਕਿਸੇ ਨੇ ਕੀਤੀ ਹੁੰਦੀ ਜਾਂ ਨਹੀਂ। ਪਰ ਇੰਨਾ ਵਾਧੂ ਇੰਨਾ ਜ਼ਿਆਦਾ ਉਸ ਵੇਲੇ ਹੋਇਆ, ਕਿਉਂਕਿ ਸਾਰਾ ਸੁਣਦੇ ਸੀ ਅਸੀਂ, ਤਾਂ ਉਸ ਵੇਲੇ ਸਾਰਾ ਕੁਝ ਦੇਖਿਆ ਫਿਰ ਵੀ ਅਜਾਜ਼ ਅਸੀਂ। ਸਾਹਿਬ ਜਿਹੜੀਆਂ ਗੱਲਾਂ ਤੁਸੀਂ ਦੱਸ ਰਹੇ ਆ, ਇਹਦਾ ਮਤਲਬ ਸਬੂਤ ਬਹੁਤ ਸਾਰੇ ਸੀ। ਅਗਲ ਉਦੋਂ ਦਾ ਪੁਲਿਸ ਪ੍ਰਸ਼ਾਸਨ ਜਾਂ ਉਦੋਂ ਦੀ ਜਿਹੜੀ ਸਰਕਾਰ ਅਗਰ ਚਾਹੁੰਦੀ ਜੀ ਕਿ ਦੋਸ਼ੀਆਂ ਨੂੰ ਫੜ ਲਿਆ ਜਾਵੇ, ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਬਹੁਤਾ ਮੁਸ਼ਕਲ ਨਹੀਂ ਸੀ। ਇਹ ਅਸਲ 'ਚ ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਜੀ। ਅੱਛਾ ਜੀ। ਹਾਂਜੀ, ਆਪਾਂ ਇਹ ਕਹਿ ਸਕਦੇ ਹਾਂ ਹੂੰ ਕਿ ਸਾਰਾ ਕੁਝ ਉਸ ਵੇਲੇ ਵੀ ਸੀਗਾ ਹੂੰ ਕਿ ਜੇ 1000-1500 ਬੰਦੇ ਦਾ ਮੌਬ ਆ, ਉੱਥੇ ਤੁਸੀਂ ਸਿਕਿਉਰਿਟੀ ਲਗਾ ਕੇ ਉਹਨਾਂ ਨੂੰ ਬੜਾ ਕੁਝ ਕਰ ਸਕਦੇ ਆ, ਅਗਰ ਤੁਸੀਂ ਚਾਹੋ ਤਾਂ। ਇਹ ਮੇਰਾ ਖਿਆਲ ਆ। ਉਹਨਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ, ਜਾ ਕੇ ਇਸ ਤੋਂ ਵੀ ਅੱਗੇ ਵੱਧ ਕੇ ਤੁਸੀਂ ਕਹਿੰਦੇ ਵੀ ਕਿਤੇ ਮੂਕ ਉਹਨਾਂ ਦੀ ਸਪੋਰਟ ਸੀਗੀ, ਮੋਰਲ ਉਹਨਾਂ ਨੂੰ ਮੋਰਲ ਸਪੋਰਟ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਦ ਜਿਹੜਾ ਇੱਕ ਵੱਡਾ ਲੀਡਰ ਜਿਹੜਾ ਆ, ਜੀ, ਉਹ ਪੁੱਠੇ ਸਿੱਧੇ ਬਿਆਨ ਦੇਣ ਲੱਗ ਪਵੇ, ਹੂੰ ਤਾਂ ਜਿਹੜੇ ਹੋਰ ਛੋਟੇ ਲੀਡਰ ਆ, ਹੂੰ। ਤੁਹਾਨੂੰ ਸੰਧੂ ਸਾਹਿਬ ਪਤਾ ਹੀ ਆ ਕਿ ਉਹ ਆਪਣੇ ਲੀਡਰ ਨੂੰ ਖੁਸ਼ ਕਰਨ ਵਾਸਤੇ। ਇਹ ਕਿਸ ਬਿਆਨ ਦਾ ਜ਼ਿਕਰ ਕਰਦੇ ਆ? ਕਿਉਂਕਿ ਸਾਡੇ ਜਿਹੜੇ ਨਾਲ ਬਹੁਤ ਸਾਰੇ ਦਰਸ਼ਕ ਜਿਹੜੇ ਨਵੇਂ ਨੇ ਉਹ ਵੀ ਜੁੜ ਚੁੱਕੇ ਨੇ, ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਜੁੜ ਚੁੱਕੀ ਆ। ਉਹਦੀ ਜਿਗਿਆਸਾ ਹੁੰਦੀ ਕਿ ਉਹਨੂੰ ਸਮਝ ਆਵੇ ਕਿ ਕੀ ਹਾਲਾਤ ਬਣੇ ਸੀ, ਤਾਂ ਕਿ ਜਿਹੜੇ ਨਵੇਂ ਅੱਜ ਕੱਲ੍ਹ ਹਾਲਾਤ ਬਿਲਕੁਲ ਕੋਈ ਜੀ। ਪੈਦਾ ਹੁੰਦੇ ਉਹਨੂੰ ਸਮਝ ਸਕੇ ਬੰਦਾ। ਉਸ ਟਾਈਮ ਦੇ ਉੱਤੇ ਇਹ ਬੇਸ਼ੱਕ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਦਿੱਤਾ ਗਿਆ ਸੀ, ਲੇਕਿਨ ਉਹਨਾਂ ਦੇ ਬੇਟੇ ਰਾਜੀਵ ਗਾਂਧੀ ਨੇ ਇਹ ਬਿਆਨ ਦਿੱਤਾ ਸੀ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ तो हिलजुल होती है, ਧਰਤੀ ਕੰਪਦੀ ਹੈ, धरती कांपती है। ਜੀ ਜੀ ਜੀ। ਸੋ ਇਹ ਇੱਕ ਲਾਈਨ ਇਹਦਾ ਜਿਹੜਾ ਇੱਕ ਲਾਈਨ ਜਿਹੜੀ ਤੁਸੀਂ ਬੋਲੀ, ਮਤਲਬ ਇਹਦਾ ਇੱਕ ਲਾਈਨ ਦਾ ਇਹ ਅਸਰ ਹੋਇਆ ਕਿ ਇਸ ਵੇਲੇ ਜਿਹੜਾ ਉਹ ਪ੍ਰਧਾਨ ਮੰਤਰੀ ਹੈ ਰਾਜੀਵ ਗਾਂਧੀ, ਉਹਨੂੰ ਖੁਸ਼ ਕਰਨ ਵਾਸਤੇ ਕਾਂਗਰਸੀਆਂ ਦੀ ਫਿਰ ਦੌੜ ਲੱਗੀ ਹੋਣੀ ਹੈ। ਇਹ ਜੇ ਚਾਹੁੰਦਾ ਕਿ ਹਾਂ ਜੀ ਧਰਤੀ ਕੰਬਦੀ ਹੈ ਤੇ ਹੁਣ ਧਰਤੀ ਨੂੰ ਕੰਬਾਉਣਾ ਅਸੀਂ। ਬਿਲਕੁਲ ਇਸ ਤਰ੍ਹਾਂ ਟਾਰਗੇਟ ਲੈ ਲਿਆ। ਬਿਲਕੁਲ ਇਹੀ ਟਾਰਗੇਟ ਹੋਇਆ ਜੀ। ਹਾਂਜੀ ਅਜਾਜ਼ ਸਾਹਿਬ, ਇਸ ਤਰ੍ਹਾਂ ਸੀ ਵੀ ਤੁਸੀਂ ਦਿੱਲੀ ਵਿੱਚ ਰਹੇ ਆ, ਤੁਸੀਂ ਉਸ ਮੌਬ ਚੋਂ ਨਿਕਲ ਗਏ ਜੀ, ਤੁਸੀਂ ਉੱਥੋਂ ਦੇ ਹਾਲਾਤ ਦੇਖੇ ਨੇ ਜੀ। ਦੱਸਿਆ ਜਾਂਦਾ ਕਿ 3-4 ਦਿਨਾਂ ਤੱਕ ਜਿਹੜਾ ਉਹ ਦਿੱਲੀ ਦੇ ਵਿੱਚ ਤਾਂਡਵ ਜਿਹੜਾ ਸਮਝ ਲਓ ਵੀ ਉਹ ਮਚਦਾ ਰਿਹਾ, ਤੇ ਉਹ ਜਿਹੜੀ ਅੱਗਜਨੀ ਦੀਆਂ ਘਟਨਾਵਾਂ ਸੀ, ਜਿਹੜੀਆਂ ਸਿੱਖ ਨਸਲਕੁਸ਼ੀ ਦਾ ਜਿਹੜਾ ਦੌਰ ਸੀਗਾ, ਉਹ 2-3 ਦਿਨ ਦੇ ਵਿੱਚ ਚੱਲਿਆ। ਤਾਂ ਤੁਸੀਂ ਹੋਰ ਉੱਥੇ ਕੀ ਕੀ ਦੇਖਿਆ, ਕਿੰਨੇ ਕੁ ਦਿਨਾਂ ਤੱਕ ਚੱਲਿਆ, ਕੀ ਪ੍ਰੋਗਰਾਮ? ਸੰਧੂ ਸਾਹਿਬ, ਗੱਲ ਇਸ ਤਰ੍ਹਾਂ ਕਿ ਆਮ ਲੋਕੀ ਇਹੀ ਸਮਝਦੇ ਆ ਕਿ ਸ਼ਾਇਦ 2-3 ਦਿਨ ਤੱਕ ਇਹ ਸਾਰਾ ਕੁਝ ਤਾਂਡਵ ਚੱਲਿਆ। ਅੱਛਾ। ਲੇਕਿਨ ਕਿਉਂਕਿ ਮੈਂ ਮੌਕੇ ਦਾ ਗਵਾਹ ਹਾਂ, ਮੈਂ ਦੱਸ ਸਕਦਾ ਕਿ ਇਹ 2-3 ਦਿਨ ਨਹੀਂ, ਬਲਕਿ ਘੱਟ ਤੋਂ ਘੱਟ 15 ਤੋਂ 20 ਦਿਨ ਤੱਕ ਚੱਲਦਾ ਰਿਹਾ। ਅੱਛਾ, ਮਤਲਬ ਇਹ ਮੌਤ ਦਾ ਤਾਂਡਵ 15-20 ਦਿਨ ਤੱਕ ਚੱਲਦਾ? ਬਿਲਕੁਲ ਚੱਲਦਾ ਰਿਹਾ ਜੀ। ਤੇ ਉਸ ਵੇਲੇ ਸਰਕਾਰਾਂ ਕਿੱਥੇ ਸੀ ਤੇ ਆਮ ਪਬਲਿਕ ਕਿੱਥੇ ਸੀ? ਇਹੀ ਅਸੀਂ ਅੱਜ ਵੀ ਪੁੱਛਣਾ ਚਾਹੁੰਦੇ ਹਾਂ, ਕਿਉਂਕਿ ਅੱਜ ਤੱਕ ਕਿਸੇ ਸਰਕਾਰ ਨੇ ਜਵਾਬ ਨਹੀਂ ਦਿੱਤਾ ਕਿ ਉਸ ਵੇਲੇ ਤੱਕ ਕੀ ਉਹ ਐਕਸ਼ਨ ਕੀਤਾ ਉਹਨਾਂ ਨੇ, ਕੀ ਨਹੀਂ ਕੀਤਾ। ਇਹਦੀ ਮੈਂ ਤੁਹਾਨੂੰ ਮਿਸਾਲ ਦੇਣੀ ਚਾਹੁੰਦਾ ਬਕਾਇਦਾ, ਕਿ ਉਹ ਰਾਤ ਤਾਂ ਮੈਨੂੰ ਉਸ ਤੋਂ ਬਾਅਦ ਮੈਨੂੰ ਛੱਡ ਆਏ ਮੇਰੇ ਘਰ, ਜਿਸ ਤਰੀਕੇ ਦੇ ਨਾਲ ਵੀ ਉਹਨਾਂ ਨੇ ਪਹਿਲਾਂ ਮੈਨੂੰ ਕਿਹਾ ਕਿ ਸਵੇਰ ਨੂੰ ਅਸੀਂ ਤੈਨੂੰ ਉਸੇ ਗੱਡੀ ਦੇ ਵਿੱਚ ਛੱਡ ਕੇ ਆਵਾਂਗੇ ਜਿਹੜੀ ਗੱਡੀ ਉਹਨਾਂ ਦੀ ਬਚ ਗਈ ਸੀ। ਅੱਛਾ। ਉਹਨਾਂ ਨੇ ਕਿਹਾ, ਉਹਨਾਂ ਦੀ ਬਜ਼ੁਰਗ ਮਾਤਾ, ਉਹਨਾਂ ਨੇ ਉਹਨੂੰ ਨਾਲ ਬਿਠਾ ਲਿਆ, ਉਸ ਬੰਦੇ ਨੇ ਆਪ ਗੱਡੀ ਡਰਾਈਵ ਕੀਤੀ, ਮੈਨੂੰ ਨਾਲ ਬਿਠਾਇਆ, ਔਰ ਸਵੇਰੇ ਤਕਰੀਬਨ 5-5:30 ਵਜੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਨੂੰ ਛੱਡ ਕੇ ਆਉਂਦੇ ਆ ਜਿੱਥੇ ਵੀ ਤੁਸੀਂ ਜਾਣਾ। ਰਸਤੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਕੁਝ ਹੋ ਸਕਦਾ ਤੁਹਾਨੂੰ ਦੇਖਣ ਨੂੰ ਮਿਲੇਗਾ, ਅਗਲ ਸਾਈਡਾਂ ਤੋਂ ਕੋਈ ਇੱਟਾਂ ਪੱਥਰ ਰੋਡਾਂ ਲੋਕੀ ਮਾਰੂਗੇ, ਉਹ ਤੁਸੀਂ ਆਪਣਾ ਬਚਾਅ ਆਪ ਕਰਨਾ। ਅਗਰ ਮੇਰੇ ਵੱਲ ਨੂੰ ਆਉਣਗੇ ਤਾਂ ਜੇ ਮੈਨੂੰ ਕਿਸੇ ਦੇ ਉੱਤੇ ਗੱਡੀ ਚੜਾਉਣ ਦੀ ਵੀ ਜ਼ਰੂਰਤ ਪੈ ਗਈ ਤਾਂ ਮੈਂ ਚੜ੍ਹ ਦੇਣੀ ਆ ਵੀ ਮੈਂ ਆਪਣਾ ਬਚਾਅ ਆਪ ਕਰ ਲੂੰਗਾ। ਸੋ ਉਹ ਮੈਨੂੰ ਛੱਡ ਕੇ ਆ ਗਏ। ਉਸ ਤੋਂ ਬਾਅਦ ਮੈਂ ਤਕਰੀਬਨ 15 ਤੋਂ 20 ਦਿਨ ਜਿਹੜਾ ਉਹ ਅੰਦਰ ਹੀ ਰਿਹਾ। ਕਿਸੇ ਨੂੰ ਪਤਾ ਨਹੀਂ ਸੀਗਾ ਕਿ ਇਸ ਘਰ ਦੇ ਵਿੱਚ ਸਰਦਾਰ ਹੈਗਾ। ਉਸ ਮਹੱਲੇ ਦੇ ਵਿੱਚ ਲੋਕੀ ਘੁੰਮਦੇ ਰਹੇ। ਰਸਤਾ ਸੀ ਜਿਹੜਾ ਉਹ ਕਿੰਨੇ ਕੁ ਕਿਲੋਮੀਟਰ ਦਾ ਸੀ? ਤੁਸੀਂ ਠੀਕ ਠਾਕ ਪਹੁੰਚ ਗਏ ਤੇ ਮਤਲਬ ਉਸ ਵੇਲੇ ਤੱਕ ਹਾਲਾਤ ਸ਼ਾਂਤ ਹੋ ਗਏ ਸੀ ਕੀ? ਨਹੀਂ ਜੀ, ਰਸਤੇ ਦੇ ਵਿੱਚ ਦੇਖਿਆ ਜੀ ਕਿ ਸੜਕਾਂ ਦੇ ਉੱਤੇ ਲੋਕਾਂ ਨੂੰ ਫੜ ਕੇ ਕੁੱਟ ਰਹੇ ਸੀ, ਲੇਕਿਨ ਉਹ ਜਿਨ੍ਹਾਂ ਦੇ ਵੀ ਮੈਂ ਘਰ ਰੁਕਿਆ ਸੀ ਉਹਨਾਂ ਨੇ ਇੰਨੀ ਕੁ ਫੁਰਤੀ ਦੇ ਨਾਲ ਗੱਡੀ ਚਲਾਈ ਤਰੀਕੇ ਦੇ ਨਾਲ ਕਿ ਜਿਸ ਵੇਲੇ ਵੀ ਉਹ ਦੇਖ ਲੈਂਦੇ ਸੀ ਦੂਰੋਂ ਵੀ ਕਿਸੇ ਪਾਸਿਓਂ ਆਇਆ, ਤਾਂ ਕਿਉਂਕਿ ਉਹ ਕੰਮ ਹੀ ਉਹਨਾਂ ਦਾ ਪ੍ਰੋਫੈਸ਼ਨ ਇਹ ਸੀਗਾ, ਉਹ ਕਿਸੇ ਨਾ ਕਿਸੇ ਤਰੀਕੇ ਹੋਰ ਰਸਤਿਆਂ ਥਾਣੀ ਮੈਨੂੰ ਪਹੁੰਚਾ ਰਸਤਾ ਬਦਲ ਕੇ ਮੈਨੂੰ ਪਹੁੰਚਾਤਾ। ਇਹ ਬੇਸ਼ੱਕ ਉਹ ਰਸਤਾ 10 ਤੋਂ 15 ਕਿਲੋਮੀਟਰ ਦਾ ਸੀਗਾ, ਲੇਕਿਨ ਮੈਨੂੰ ਉਹਨਾਂ ਨੇ ਪਹੁੰਚਾਤਾ ਜੀ। ਸੋ ਬਾਅਦ ਵਿੱਚ ਮੈਂ 15 ਤੋਂ 20 ਦਿਨ ਜਿਹੜਾ ਬਿਲਕੁਲ ਅੰਦਰ ਰਿਹਾ। ਉਸ ਵੇਲੇ ਕਮਿਊਨੀਕੇਸ਼ਨ ਦੇ ਸਾਧਨ ਇਹ ਨਹੀਂ ਸੀਗੇ ਜੋ ਅੱਜ ਹੈਗੇ ਆ। ਮੇਰੇ ਘਰ ਦੇ ਵਿੱਚ ਵੀ
ਇਹ ਨਹੀਂ 20 ਦਿਨ ਤੱਕ ਪਤਾ ਲੱਗ ਸਕਿਆ ਕਿ ਮੈਂ ਜਿੰਦਾ ਹਾਂ ਜਾਂ ਮੈਂ ਚੜ੍ਹਾਈ ਕਰ ਗਿਆ। ਲੇਕਿਨ ਇੱਥੋਂ ਮੇਰੇ ਇੱਕ ਤਾਜ ਦੇ ਲੜਕੇ ਨੂੰ ਜਿਹੜਾ ਕਿ ਪਹਿਲਾਂ ਹੀ ਉਹਨੇ ਵਾਲ ਕਟਾਏ ਹੋਏ ਆ, ਉਹਨੂੰ ਸਾਡੇ ਫਾਦਰ ਸਾਹਿਬ ਨੇ 5-6 ਤਰੀਕ ਨੂੰ ਭੇਜਿਆ ਦਿੱਲੀ, ਵੀਜ਼ਾ ਦੇਖ ਕੇ ਆ ਵੀ ਉਹ ਪਹੁੰਚ ਗਿਆ ਠੀਕ ਠਾਕ ਉੱਥੇ ਜਾਂ ਨਹੀਂ। ਉਹਨੂੰ ਵੀ ਬਹੁਤ ਕੁਝ ਖਾ ਕੇ ਭੇਜਿਆ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਸੰਧੂ ਸਾਹਿਬ ਇਹਦੇ ਨਾਲ ਮੈਂ ਇੱਕ ਗੱਲ ਐਡ ਕਰਨੀ ਚਾਹੁੰਦਾ ਕਿ ਇੱਕ ਸਿੱਖਾਂ ਨੂੰ ਤਾਂ ਟਾਰਗੇਟ ਕੀਤਾ ਜਾ ਰਿਹਾ ਸੀ, ਨਾਲ ਦੀ ਨਾਲ ਪੰਜਾਬੀਆਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਸੀ। ਅੱਛਾ, ਇਹ ਵੀ ਮੈਂ ਨਾਲ ਗੱਲ ਦੱਸਣੀ ਚਾਹੁੰਦਾ। ਮਤਲਬ ਇਹ ਗੱਲ ਕੱਲੀ ਸਿੱਖ ਸਰੂਪ ਦੀ ਨਹੀਂ, ਸਿੱਖੀ ਸਰੂਪ ਦੀ ਨਹੀਂ ਹੈ। ਨਹੀਂ ਜੀ, ਮਤਲਬ ਪੰਜਾਬੀਆਂ ਦੇ ਬਾਰੇ ਹੀ ਤੁਸੀਂ ਮਹਿਸੂਸ ਕਰਦੇ ਪਏ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਕੜਤਣ ਭਰੀ, ਕਿਉਂਕਿ ਉਹਨਾਂ ਦੇ ਬਾਰੇ ਉਹਨਾਂ ਦੀ ਸੋਚ ਇਹ ਸੀਗੀ ਕਿ ਹੋ ਸਕਦਾ ਕਿ ਕੋਈ ਬੰਦੇ ਨੇ ਨਾ ਵਾਲ ਕਟਾਏ ਹੋਏ ਆ ਤਾਂ ਹੋ ਸਕਦਾ ਇਹ ਵੀ ਸਰਦਾਰ ਹੋਵੇ ਅਗਰ ਪੰਜਾਬੀ ਬੋਲ ਰਿਹਾ। ਅੱਛਾ, ਠੀਕ ਹੈ ਨਾ, ਮਤਲਬ ਚਾਹੇ ਉਹ ਹਿੰਦੂ ਸੀ, ਚਾਹੇ ਈਸਾਈ ਸੀ, ਚਾਹੇ ਉਹ ਜਿਹੜਾ ਪੰਜਾਬ ਦਾ ਬੰਦਾ ਆ, ਜਿਹੜਾ ਪੰਜਾਬੀ ਬੋਲਦਾ ਸੀ ਉਹ ਉਹਨਾਂ ਦੇ ਟਾਰਗੇਟ ਤੇ ਸੀਗਾ। ਅੱਛਾ, ਬਿਲਕੁਲ ਇਸ ਤਰ੍ਹਾਂ ਹੀ ਸੀ। ਤੇ ਤਾਇਆ ਜੀ ਦੇ ਲੜਕੇ ਨਾਲ ਫਿਰ ਤਾਇਆ ਜੀ ਦਾ ਲੜਕਾ ਗਿਆ ਜੀ, ਉਹਨੇ ਮਤਲਬ 5 ਤਰੀਕ ਨੂੰ 6 ਤਰੀਕ ਨੂੰ ਦੇਖਿਆ। ਉਸ ਵੇਲੇ ਟ੍ਰੇਨ ਵੀ ਇੱਕੋ ਹੀ ਚੱਲਦੀ ਹੁੰਦੀ ਸੀਗੀ, ਬਾਕੀ ਸਾਰੀਆਂ ਟ੍ਰੇਨਾਂ ਬੰਦ ਹੁੰਦੀਆਂ ਸੀ। ਅੱਛਾ, ਸਾਡੇ ਫਾਦਰ ਸਾਹਿਬ ਪਹਿਲੀ ਗੱਲ ਤਾਂ ਕਿਉਂਕਿ ਉਸ ਵੇਲੇ ਯੁੱਗ ਸੀਗਾ ਟੈਲੀਗ੍ਰਾਮਾਂ ਦਾ। ਜੀ ਜੀ ਜੀ, ਸਾਡੇ ਫਾਦਰ ਸਾਹਿਬ ਰੋਜ਼ ਜਾ ਕੇ ਇੱਥੇ ਵੱਡੇ ਡਾਕਖਾਨੇ ਦੇ ਵਿੱਚ ਬੈਠ ਜਾਂਦੇ ਹੁੰਦੇ ਸੀ ਸਵੇਰ ਤੋਂ। ਉਹਨਾਂ ਨੇ ਸ਼ਾਮ ਤੱਕ ਦੇਖਣਾ ਕੋਈ ਮੁੰਡੇ ਦੀ ਟੈਲੀਗ੍ਰਾਮ ਆਈ ਨਹੀਂ ਆਈ ਜੀ, ਉਹਨਾਂ ਨੇ ਵਾਪਸ ਆ ਜਾਣਾ। ਮਤਲਬ ਪਿੱਛੇ ਪਰਿਵਾਰ ਦਾ ਇੰਤਜ਼ਾਰ ਬਣਿਆ ਹੋਇਆ ਸੀ, ਕਿਉਂਕਿ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਸਾਡੇ ਨਾਲ ਜੁੜ ਚੁੱਕੀ ਆ ਉਹ ਇਸ ਗੱਲ ਨੂੰ ਮਹਿਸੂਸ ਕਰਦੇ ਹੋਣਗੇ ਕਿ ਅੱਜ ਤਾਂ ਬਹੁਤ ਵੱਡਾ ਯੁੱਗ ਆ, ਇੰਟਰਨੈਟ ਦਾ ਯੁੱਗ ਆ। ਹੁਣ WhatsApp ਤੇ Facebook ਤੇ ਅਸੀਂ ਬਿਲਕੁਲ ਫ੍ਰੀ ਵੀ ਕਰਦੇ ਹਾਂ, ਮੋਬਾਈਲ ਹਰ ਇੱਕ ਦੀ ਜੇਬ ਦੇ ਵਿੱਚ ਆ, ਇੱਕ ਦੂਜੇ ਦੀ ਹੈਲਪ ਲੈਣੀ ਬਹੁਤ ਆਸਾਨ ਹੋ ਚੁੱਕੀ ਆ। ਪਰ ਉਹਨਾਂ ਦਿਨਾਂ 'ਚ ਜਦੋਂ ਕਈ ਦਿਨਾਂ ਤੱਕ ਪਤਾ ਨਹੀਂ ਸੀ ਲੱਗਦਾ, ਔਰ ਟੈਲੀਫੋਨ ਵੀ ਸਾਡੇ ਅਸੀਂ ਜਦੋਂ ਮਿਲਾਉਂਦੇ ਹੁੰਦੇ ਸੀ ਉਹ ਕਈ ਘੰਟੇ, ਕਈਆਂ ਦੇ ਤਾਂ ਕਈ ਦਿਨਾਂ ਤੋਂ ਬਾਅਦ ਜਿਹੜੇ ਆ ਉਹ ਜਿਹੜੀ ਆ ਟਰੰਕ ਕਾਲ ਜਿਹੜੇ ਆ ਉਹ ਵਾਰੀ ਆਉਂਦੇ ਹੁੰਦੇ ਸੀ ਜੀ। ਤੋ ਇਹ ਹਾਲਾਤ ਵਿੱਚ ਅਸੀਂ ਮਹਿਸੂਸ ਕਰ ਸਕਦੇ ਕਿ ਬਜ਼ੁਰਗਾਂ ਦਾ ਪਿੱਛੇ ਪਰਿਵਾਰ ਦਾ ਕੀ ਹਾਲ ਹੋਇਆ ਹੋਊਗਾ, ਔਰ ਤੁਸੀਂ ਵੀ ਤੜਫਦੇ ਹੋਣੇ ਆ ਕਿ ਪਰਿਵਾਰ ਨੂੰ ਕਿਸੇ ਤਰੀਕੇ ਨਾਲ ਸੂਚਨਾ ਦੇਈਏ। ਬਿਲਕੁਲ ਜੀ, ਕਿਉਂਕਿ ਫੋਨ ਨਹੀਂ ਸੀ ਹੁੰਦੇ ਉਸ ਵੇਲੇ। ਫਿਰ ਜਿਸ ਵੇਲੇ ਤਾਜ ਦਾ ਲੜਕਾ ਗਿਆ ਤਾਂ ਸਾਡੇ ਡੈਡੀ ਹੁਣਾਂ ਨੇ ਬਕਾਇਦਾ ਉਹਨਾਂ ਨੂੰ ਸਿਖਾ ਕੇ ਭੇਜਿਆ ਕਿ ਤੂੰ ਜਾ ਕੇ ਹਿੰਦੀ ਬੋਲਣੀ ਆ ਜੀ, ਪੰਜਾਬੀ ਨਹੀਂ ਬੋਲਣੀ ਜੀ। ਤਾਂ ਉਹ ਗਿਆ, ਉਸ ਤੋਂ ਬਾਅਦ ਉਹਨੇ ਮੇਰੇ ਨਾਲ ਬੈਠ ਕੇ ਰੋਟੀ ਵੀ ਖਾਧੀ, ਵਾਪਸ ਆ ਗਿਆ ਸੇਮ ਡੇ ਜੀ। ਉਹਨੇ ਆ ਕੇ ਘਰ ਦੱਸਿਆ, ਉਹ ਕਹਿੰਦੇ ਜੀ ਮੁੰਡਾ ਤੁਹਾਡਾ ਠੀਕ ਠਾਕ ਪਹੁੰਚ ਗਿਆ ਲੇਕਿਨ ਉਹ ਅੰਦਰ ਹੀ ਬੰਦ ਹੈ। ਅੱਛਾ, ਸਾਡੇ ਫਾਦਰ ਸਾਹਿਬ ਨੇ ਕਿਹਾ ਕਿ ਉਹਦੇ ਹੱਥਾਂ ਦਾ ਕੁਝ ਲਿਖਵਾ ਕੇ ਲੈ ਕੇ ਆਇਆ। ਅੱਛਾ, ਸਾਨੂੰ ਯਕੀਨ ਤਾਂ ਹੋਣਾ। ਮਤਲਬ ਇਹੋ ਜਿਹੇ ਹਾਲਾਤ ਦਰਦਨਾਕ ਬਣ ਚੁੱਕੇ ਸੀ ਕਿ ਜਿਹੜਾ ਦਿੱਲੀ ਚਲਾ ਗਿਆ, ਹਾਂਜੀ, ਖਾਸ ਤੌਰ ਤੇ ਸਿੱਖ ਸਰੂਪ 'ਚ ਗਿਆ, ਉਹਦੇ ਬਾਰੇ ਜਿਹੜੀ ਸੰਭਾਵਨਾ ਹੀ ਨਹੀਂ ਸੀ, ਮਤਲਬ ਕੋਈ ਸੰਭਾਵਨਾ ਨਹੀਂ ਸੀ ਕਿ ਇਹ ਜਿੰਦਾ ਬਚ ਕੇ ਜਾਊਗਾ। ਉਹਨੇ ਕਿਹਾ ਜੀ ਇੰਨੀ ਮੇਰੀ ਅਕਲ ਨੇ ਕੰਮ ਨਹੀਂ ਕੀਤਾ, ਮੈਂ ਲਿਖਵਾ ਕੇ ਕੁਛ ਨਹੀਂ ਆਇਆ, ਲੇਕਿਨ ਮੈਂ ਬੈਠ ਕੇ ਰੋਟੀ ਜ਼ਰੂਰਤ ਨਾਲ ਖਾ ਕੇ ਬੈਠ ਕੇ ਆਇਆ। ਲੇਕਿਨ 22 ਤਰੀਕ ਨੂੰ ਮੈਂ ਤਕਰੀਬਨ ਬਾਹਰ ਨਿਕਲਿਆ ਜੀ। ਇਹ ਕਿਸੇ ਤਰੀਕੇ ਮੈਂ 22 ਨਵੰਬਰ ਨੂੰ ਜੀ 22 ਨਵੰਬਰ ਨੂੰ ਮੈਂ ਕਿਸੇ ਤਰੀਕੇ ਮੈਂ ਆਪਣੇ ਆਫਿਸ ਗਿਆ, ਕਿਉਂਕਿ ਮੇਰੀ ਪਹਿਲੀ ਤਰੀਕ ਦੀ ਜੁਆਇਨਿੰਗ ਸੀ, ਮੈਂ ਆਲਰੇਡੀ ਲੇਟ ਸੀ। ਤਾਂ ਮੈਂ ਉਹਨਾਂ ਨੂੰ ਜਾ ਕੇ ਦੱਸਿਆ ਵੀ ਮੈਂ ਉਸ ਦਿਨ ਦਾ ਹੀ ਗਿਆ ਹੋਇਆ, ਲੇਕਿਨ ਹਾਲਾਤ ਆ ਸੀਗੇ ਇਸ ਕਰਕੇ ਮੈਂ ਨਹੀਂ ਆ ਸਕਿਆ। ਉਹ ਕਹਿੰਦੇ ਕੋਈ ਗੱਲ ਨਹੀਂ ਜੀ। ਇਹ ਬਹੁਤ ਅੱਛਾ ਆਫਿਸ ਰਿਹਾ, ਮੈਂ 5 ਸਾਲ ਦੇ ਕਰੀਬ ਉੱਥੇ ਫਿਰ ਕੰਮ ਕੀਤਾ। ਉਹਨਾਂ ਨੇ ਕਿਹਾ ਕਿ ਹੁਣ ਅੱਜ ਤੋਂ ਬਾਅਦ ਤੂੰ ਥੋੜੇ ਦਿਨਾਂ ਤੱਕ ਦਫ਼ਤਰ ਦੇ ਵਿੱਚ ਹੀ ਰਹੇਗਾ, ਔਰ ਤੁਹਾਡੇ ਵਾਸਤੇ 2 PN ਜਿਹੜੇ ਆ ਸਪੈਸ਼ਲ ਪ੍ਰੋਵਾਈਡ ਕੀਤੇ ਗਏ ਆ। ਇੱਕ PN ਲੈਣ ਜਾਏਗਾ ਕੁਝ ਵੀ, ਇੱਕ ਤੁਹਾਡੇ ਕੋਲ ਫਿਰ ਵੀ ਹਰ ਵੇਲੇ ਰਹੇਗਾ, ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਔਰ ਫਿਰ ਮੈਂ ਆਫਿਸ ਦੇ ਵਿੱਚ ਜਾ ਕੇ 22 ਤਰੀਕ ਨੂੰ ਮੈਂ ਇੱਥੇ, ਕਿਉਂਕਿ ਆਪਣੇ ਫੋਨ ਨਹੀਂ ਸੀ ਹੁੰਦੇ ਉਸ ਵੇਲੇ, ਫਿਰ ਗੁਆਂਢੀਆਂ ਦੇ ਮੈਂ ਫੋਨ ਕੀਤਾ। ਅੱਛਾ, ਤਾਂ ਜਿਸ ਵੇਲੇ ਗੁਆਂਢੀਆਂ ਨੇ ਜਾ ਕੇ ਦੱਸਿਆ ਸਾਡੇ ਘਰ ਦੇ ਵਿੱਚ ਕਿ ਤੁਹਾਡਾ ਕੋਈ ਫੋਨ ਆਇਆ ਹੋਇਆ ਦਿੱਲੀ ਤੋਂ, ਤਾਂ ਸਭ ਤੋਂ ਪਹਿਲਾਂ ਜਲਦੀ ਦੇ ਨਾਲ ਮੇਰੀ ਮੰਮੀ ਨੇ ਜਾ ਕੇ ਸੁਣਿਆ ਜੀ। ਤਾਂ ਉਹਨਾਂ ਨੇ ਜਿਸ ਵੇਲੇ ਮੇਰੀ ਆਵਾਜ਼ ਸੁਣੀ, ਉਹਨਾਂ ਨੂੰ ਉਸ ਦਿਨ ਯਕੀਨ ਹੋਇਆ ਸੀ 22 ਦਿਨਾਂ ਬਾਅਦ ਕਿ ਮੁੰਡਾ ਜੀਤਾ ਹੈ। ਤੁਹਾਡੀ ਕਹਾਣੀ ਸੁਣ ਕੇ, ਜਜ਼ਬਾਤ ਮਹਿਸੂਸ ਕਰਕੇ, ਮਾਪਿਆਂ ਦੇ ਤੁਹਾਡੇ ਹਾਲਾਤ ਮਹਿਸੂਸ ਕਰਕੇ ਸੱਚਮੁੱਚ ਮੇਰੀਆਂ ਵੀ ਜਿਹੜੀਆਂ ਅੱਖਾਂ ਉਹ ਨਮ ਹੋ ਰਹੀਆਂ ਨੇ। ਤੇ ਇਹ ਸਾਡੇ ਇੱਕ ਉਹ ਪੰਨੇ ਨੇ ਸਾਡੇ ਇਤਿਹਾਸ ਵਿੱਚ, ਜਿਹੜੇ ਕਾਲੇ ਪੰਨੇ ਦਰਜ ਹੋ ਚੁੱਕੇ ਨੇ, ਜਿਹੜੇ ਸਿੱਖ ਪੰਥ ਨੂੰ ਖਾਸ ਤੌਰ ਤੇ ਔਰ ਪੰਜਾਬੀਆਂ ਨੂੰ, ਸਮੂਹ ਪੰਜਾਬੀਆਂ ਨੂੰ ਜਿਹੜੇ ਆ ਉਹ ਟੀਸ ਦਿੰਦੇ ਜਿਹੜੇ ਆ ਉਹ ਰਹਿਣਗੇ ਜੀ। ਤੇ ਅੱਜ ਹੁਣ ਤੁਸੀਂ ਜਿਹੜੇ ਇਹ ਹਾਲਾਤ ਨੇ ਜਿਹੜੇ ਬਣੇ, ਤੁਸੀਂ ਚਲੋ ਸੁਖੀ ਸਾਂਦੀ, ਤੁਹਾਡਾ ਸੰਪਰਕ ਹੋ ਗਿਆ, ਤੁਹਾਡੀ ਜੌਬ ਹੋ ਗਈ, ਉਸ ਤੋਂ ਬਾਅਦ ਤੁਸੀਂ ਆਪਣੇ ਕੰਮ ਧੰਦਿਆਂ 'ਚ ਲੱਗ ਗਏ ਜੀ। ਪਰ 36 ਸਾਲ ਬੀਤਣ ਤੋਂ ਬਾਅਦ ਜੀ ਅੱਜ ਤੁਸੀਂ ਕੀ ਮਹਿਸੂਸ ਕਰਦੇ ਆ? ਤੇ ਅੱਜ ਦੇ ਜਿਹੜੇ ਹਾਲਾਤ, ਹੁਣ ਸਿਆਸੀ ਹਾਲਾਤ ਬਣਦੇ ਜਾ ਰਹੇ ਦੇਸ਼ ਦੇ ਜੀ, ਇਹਦੇ ਮੱਦੇਨਜ਼ਰ ਤੁਸੀਂ ਕੀ ਸੋਚਦੇ ਹੋ, ਕੀ ਸੁਨੇਹਾ ਦੇਣਾ ਚਾਹੋ ਸਾਡੇ ਦਰਸ਼ਕਾਂ ਨੂੰ? ਮੈਂ ਸੰਧੂ ਸਾਹਿਬ ਜੋ ਵੀ ਇਹ 35-36 ਸਾਲਾਂ ਦੇ ਵਿੱਚ ਦੇਖਿਆ ਜੀ ਕਿ ਜਦੋਂ ਵੀ ਇਹ ਨਸਲਕੁਸ਼ੀ ਹੁੰਦੀ ਹੈ, ਉਸ ਤੋਂ ਬਾਅਦ ਗੌਰਮੈਂਟਾਂ ਨੇ ਦਾਅਵੇ ਤਾਂ ਬਹੁਤ ਵੱਡੇ ਕੀਤੇ। ਬੇਸ਼ੱਕ ਉਹ
ਕਿਸੇ ਵੀ ਪਾਰਟੀ ਦੀ ਹੋਵੇ, ਕਿਉਂਕਿ ਮੈਂ ਕਿਸੇ ਪਾਰਟਿਕੂਲਰ ਪਾਰਟੀ ਦੀ ਗੱਲ ਨਹੀਂ ਕਰਦਾ, ਜੀ ਸਾਰੀਆਂ ਪਾਰਟੀਆਂ ਨੇ ਦਾਅਵੇ ਬਹੁਤ ਕੀਤੇ। ਸਾਡੇ ਬਕਾਇਦਾ ਰੈੱਡ ਕਾਰਡ ਵੀ ਬਣਾਏ ਉਹਨਾਂ ਨੇ। ਅੱਛਾ ਰੈੱਡ ਕਾਰਡ ਮੈਂ ਹੋਲਡਰ ਹਾਂ ਅੱਜ ਵੀ। ਜੀ ਇਹ ਹਾਲਾਂਕਿ ਇੱਕ ਵਾਰੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹੂੰ ਇਹ ਕਾਫੀ ਕੁਝ ਐਲਾਨ ਕੀਤਾ ਸੀਗਾ ਹੂੰ ਕਿ ਜਿਨ੍ਹਾਂ ਦੇ ਕੋਲ ਰੈੱਡ ਕਾਰਡ ਹੈਗੇ ਆ ਜੀ ਉਹਨਾਂ ਨੂੰ ਅਸੀਂ ਆਹ ਸਹੂਲਤਾਂ ਦੇਵਾਂਗੇ, ਹੂੰ ਉਹਨਾਂ ਨੂੰ ਅਸੀਂ ਕੋਰਟਾਂ ਦੇ ਵਿੱਚ ਚੈਂਬਰ ਵੀ ਦੇਵਾਂਗੇ, ਹੂੰ ਉਹਨਾਂ ਨੂੰ ਅਸੀਂ 5-5 ਮਰਲੇ ਦੇ ਪਲਾਟ ਵੀ ਦੇਵਾਂਗੇ। ਇਹ ਬਕਾਇਦਾ ਅਨਾਉਂਸ ਆਇਆ ਸੀਗਾ, ਹੂੰ। ਲੇਕਿਨ ਉਸ ਤੋਂ ਬਾਅਦ ਕਿਉਂਕਿ ਸਰਕਾਰਾਂ ਬਦਲ ਜਾਂਦੀਆਂ, ਸਭ ਕੁਝ ਚੇਂਜ ਹੋ ਜਾਂਦਾ। ਅੱਛਾ, ਇਹ ਤਾਂ ਹੋ ਗਈ ਆਰਥਿਕ ਪੈਕੇਜ ਦੀ ਗੱਲ। ਜੀ ਜਿਸ ਤੋਂ ਗੱਲ 36 ਸਾਲ ਦੀ ਗੱਲ ਹੈ, ਉਹਦੇ ਚ 5-6 ਸਾਲ ਮੈਨੂੰ ਲੱਗਦਾ ਵੀ ਬੀਜੇਪੀ ਦੀ ਸਰਕਾਰ ਜਿਹੜੀ ਹੈ ਉਹ ਆਈ ਹੈ। ਜੀ ਉਸ ਤੋਂ ਬਾਅਦ ਕੁਝ ਚੀਜ਼ਾਂ ਜਿਹੜੀਆਂ ਆਈਆਂ ਨੇ ਕਿ ਜਿਹੜੇ 30 ਸਾਲ ਦੇ ਵਿੱਚ ਜਿਹੜਾ ਕੰਮ ਨਹੀਂ ਸੀ ਹੋਇਆ, ਕਿਤੇ ਅਦਾਲਤਾਂ ਦੇ ਵਿੱਚ ਵੀ ਇਨਸਾਫ ਦੀ ਗੱਲ ਨਹੀਂ ਸੀ ਤੁਰਦੀ, ਤੇ ਉਹਦੇ 'ਚ ਕਹਿੰਦੇ ਕੁਛ ਨਾ ਕੁਛ ਜਿਹੜੀ ਹੈ ਨਵੇਂ ਹਾਲਾਤ ਬਣਦੇ ਰਹੇ। ਤੇ ਬੀਜੇਪੀ ਵਾਲਿਆਂ ਦਾ ਦਾਅਵਾ ਇਹ ਆ ਕਿ ਸਾਡੇ ਰਾਜ ਵਿੱਚ ਆ ਕੇ ਅਸੀਂ ਇਨਸਾਫ ਨੂੰ ਯਕੀਨੀ ਬਣਾਉਣ ਲਈ ਕੁਛ ਨਾ ਕੁਛ ਕੀਤਾ ਔਰ ਇੱਕ ਦੋ ਵਿਅਕਤੀਆਂ ਨੂੰ ਸਜ਼ਾ ਵੀ ਮਿਲੀ ਆ। ਤੁਸੀਂ ਉਹਨੂੰ ਕਿਵੇਂ ਦੇਖਦੇ ਆ? ਮੈਂ ਨਹੀਂ ਜੀ ਮੰਨਦਾ ਇਸ ਗੱਲ ਨੂੰ, ਕਿਉਂਕਿ ਦੇਸ਼ ਦਾ ਸੰਵਿਧਾਨ ਹੀ ਇੰਨਾ, ਆਪਾਂ ਕਹਿ ਸਕਦੇ, ਕਿਉਂਕਿ ਮੈਂ ਪੋਲੀਟੀਕਲ ਸਾਇੰਸ ਵੀ ਪੜ੍ਹੀ ਆ, ਜੀ ਉਹਦੇ ਵਿੱਚ ਵੀ ਇਹ ਸਭ ਕੁਝ ਲਿਖਿਆ ਕਿ ਭਾਰਤ ਦਾ ਸੰਵਿਧਾਨ ਹੀ ਐਸਾ ਆ ਜਿਹੜਾ ਲਚੀਲਾ ਵੀ ਆ, ਕਠੋਰ ਵੀ ਆ। ਅੱਛਾ ਨਹੀਂ ਤਾਂ ਬਹੁਤ ਸਾਰੇ ਸੰਵਿਧਾਨ ਜਾਂ ਲਚੀਲੇ ਹੁੰਦੇ ਆ ਜਾਂ ਕਠੋਰ ਹੁੰਦੇ ਆ, ਅੱਛਾ ਅੱਛਾ ਲੇਕਿਨ ਭਾਰਤ ਦਾ ਸੰਵਿਧਾਨ ਐਸਾ ਆ ਕਿ ਇੱਥੇ ਇੱਕ ਇੱਕ ਕੇਸ ਅਗਰ ਚੱਲਦਾ ਆ ਉਹਨੂੰ 40-40 ਸਾਲ 50-50 ਸਾਲ ਲੱਗ ਜਾਂਦੇ ਆ। ਇਸ ਤਰ੍ਹਾਂ ਮੇਰਾ ਖਿਆਲ ਆ ਸੰਧੂ ਸਾਹਿਬ ਨਹੀਂ ਹੋਣਾ ਚਾਹੀਦਾ। ਜੋ ਵੀ ਆ ਉਹਦੇ ਫੈਕਟਸ ਜਾਣ ਕੇ ਉਹਦਾ ਫੈਸਲੇ ਜਿਹੜੇ ਆ ਉਹ ਜਲਦੀ ਹੋਣੇ ਚਾਹੀਦੇ। ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਕਿਸੇ ਉੱਪਰਲੇ ਸਰਕਾਰ ਬਦਲਣ ਦੇ ਨਾਲ ਕੁਝ ਨਹੀਂ ਹੋਣਾ, ਜਦੋਂ ਬਣਾ ਥੱਲੇ ਢਾਂਚਾ ਬਦਲਣਾ ਹੋਣਾ। ਔਰ ਕਿਤੇ ਨਾ ਕਿਤੇ ਸੰਵਿਧਾਨ ਦਾ ਵੀ, ਤੁਸੀਂ ਸੰਵਿਧਾਨ ਤੇ ਵੀ ਉਂਗਲ ਚੁੱਕੀ ਆ ਕਿ ਸੰਵਿਧਾਨ ਨੂੰ ਵੀ ਇੱਕ ਪਾਸੇ ਜਿਹੜਾ ਉਹ ਵਿਚਾਰ ਲਿਆ ਜਾਵੇ। ਉਹਦੇ ਚੋਰ ਮੋਰੀਆਂ ਜਿਹੜੀਆਂ ਨੇ ਜਿਹਨੂੰ ਲੈ ਕੇ ਹਾਂਜੀ ਟਾਈਮ ਟੂ ਟਾਈਮ ਜਿਸ ਤਰ੍ਹਾਂ ਅਮੈਂਡਮੈਂਟਸ ਆਉਂਦੀਆਂ ਜੀ, ਅੱਜ ਵੀ ਹੋ ਰਹੀਆਂ, ਜੀ ਬਹੁਤ ਸਾਰੀਆਂ ਅਮੈਂਡਮੈਂਟਸ ਹੋ ਚੁੱਕੀਆਂ। ਸੋ ਇਸ ਗੱਲ ਵਾਸਤੇ ਵੀ ਇੱਕ ਜੱਜਿਸ ਨੂੰ ਵੀ ਇਹ ਉਹਨਾਂ ਨੂੰ ਬਕਾਇਦਾ ਦਿੱਤਾ ਜਾਵੇ ਟਾਰਗੇਟ ਕਿ ਤੁਸੀਂ ਆਹ ਜਿਹੜਾ ਕੇਸ ਹੈਗਾ ਇਹਨੂੰ ਇੰਨੇ ਟਾਈਮ ਦੇ ਵਿੱਚ ਖਤਮ ਕਰਨਾ ਹੈ। ਕੇਵਲ ਇਨਸਾਫ ਜਿਹੜਾ ਉਹ ਟਾਈਮ ਬਾਉਂਡ ਮਿਲਣਾ ਚਾਹੀਦਾ, ਉਹ ਮਿਲਣਾ ਚਾਹੀਦਾ। ਉਹ ਅੱਜ ਵੀ ਹਲੇ ਉਹਦੀ ਜ਼ਰੂਰਤ। ਇੱਕ ਬੰਦਾ ਕੋਈ ਕ੍ਰਾਈਮ ਕਰਦਾ ਹੈ, ਸਪੋਜ਼ ਇੱਕ ਬੰਦਾ ਕ੍ਰਾਈਮ ਕਰਦਾ ਹੈ, ਉਹ ਜ਼ਮਾਨਤ ਹੋ ਕੇ ਬਾਹਰ ਆ ਜਾਂਦਾ, ਉਸ ਤੋਂ ਬਾਅਦ ਕਈ ਵਾਰੀ ਉਹਦੀ ਉਮਰ ਹੀ ਜਿਹੜੀ ਆ ਉਹ 20-25 ਸਾਲ ਰਹਿ ਗਈ ਹੁੰਦੀ ਆ। ਇੱਕ ਨਾਰਮਲੀ ਮੈਂ ਕਹਿੰਦਾ ਉਹ ਜਦੋਂ ਤੱਕ ਇਨਸਾਫ ਆਉਂਦਾ ਉਹ ਤਾਂ ਵੈਸੇ ਹੀ ਬੰਦਾ ਮਰ ਚੁੱਕਾ ਹੁੰਦਾ। ਲੇਕਿਨ ਮਤਲਬ ਜਿਹੜਾ ਜਿਹਦੇ ਨਾਲ ਹੋਇਆ ਹੁੰਦੀ, ਘਟਨਾ ਹੋਈ ਹੁੰਦੀ ਆ, ਉਹਨੂੰ ਇਨਸਾਫ ਨਹੀਂ ਮਿਲਿਆ ਹੁੰਦਾ, ਆਪਾਂ ਇਹ ਕਹਿ ਸਕਦੇ ਹਾਂ। ਬਿਲਕੁਲ ਜੀ ਆਜ਼ਾਦ ਸਾਹਿਬ, ਤੁਹਾਡੇ ਨਾਲ ਬਹੁਤ ਅੱਛੀਆਂ ਗੱਲਾਂ ਹੋਈਆਂ ਨੇ। ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਮੌਕੇ ਦੇ ਉੱਤੇ ਤੁਸੀਂ ਸਾਨੂੰ ਆ ਕੇ ਆਪਣੇ ਤਜਰਬੇ ਦੱਸੇ ਨੇ, ਔਰ ਅਸੀਂ ਦਰਸ਼ਕਾਂ ਨੂੰ ਆਪਣੇ ਨੂੰ ਬੇਨਤੀ ਕਰਦੀ ਹੈ ਕਿ ਅਗਰ ਤੁਹਾਨੂੰ ਇਹ ਕੀਤੀ ਗਈ ਜਿਹੜੀ ਇੰਟਰਵਿਊ ਹੈ ਇਹ ਚੰਗੀ ਲੱਗੀ ਹੈ, ਇਹਦੇ ਕੁਝ ਜਿਹੜੇ ਤੱਥ ਨੇ ਇਹ 'ਚ ਜੇ ਤੁਸੀਂ ਵੀ ਸ਼ਾਮਲ ਕਰਨਾ ਚਾਹੁੰਦੇ ਜਾਂ ਤੁਸੀਂ ਆਪਣਾ ਵੀ ਕੋਈ ਤਜਰਬਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ, ਤੇ ਸਾਡੇ ਜਿਹੜੇ ਨੰਬਰ ਹੈ ਹੇਠਾਂ ਬਾਰ ਦੇ ਵਿੱਚ ਜਿਹੜੇ ਚੱਲਦੇ ਹੁੰਦੇ ਆ, ਔਰ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਆ। ਔਰ ਇਹੋ ਜਿਹੀਆਂ ਇੰਟਰਵਿਊਜ਼ ਅਸੀਂ ਬਾਰ-ਬਾਰ ਤੁਹਾਡੇ ਤੱਕ ਲੈ ਕੇ ਆਈਏ। ਸਾਡਾ ਹੌਸਲਾ ਵਧਾਉਣ ਵਾਸਤੇ ਇਸ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਵੀ ਕਰ ਲੈਣਾ, ਔਰ ਇਸ ਇੰਟਰਵਿਊ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਤਾਂ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਸਮਝ ਆ ਸਕੇ ਕਿ ਉਸ ਵੇਲੇ ਕਿਹੋ ਜਿਹੇ ਹਾਲਾਤ ਬਣੇ ਸੀ, ਔਰ ਅੱਜ ਦੀ ਜਿਹੜੀ ਲੀਡਰਸ਼ਿਪ ਆ ਉਹ ਵੀ ਇਸ ਗੱਲ ਲਈ ਤਿਆਰ ਹੋ ਜਾਵੇ ਕਿ ਹੁਣ ਸੰਵਿਧਾਨ ਦੇ ਵਿੱਚ ਵੀ ਔਰ ਕਾਨੂੰਨ ਦੇ ਵਿੱਚ ਵੀ ਜੋ ਵੀ ਲੋੜੀਂਦਾ ਸਾਡੇ ਸਿਸਟਮ ਵਿੱਚ ਤਬਦੀਲੀਆਂ ਕਰਨ ਦੀ ਜ਼ਰੂਰਤ ਹੈ, ਉਹਨੂੰ ਉਹ ਕਰਨ ਵਾਸਤੇ ਹੁਣ ਲਾਮਬੰਦ ਹੋ ਜਾਣ। ਇੱਥੇ ਅਸੀਂ ਗੱਲਬਾਤ ਖਤਮ ਕਰਦੇ ਹੋਏ ਆਜ਼ਾਦ ਸਾਹਿਬ ਦਾ ਧੰਨਵਾਦ ਕਰਦੇ। ਆਜ਼ਾਦ ਸਾਹਿਬ, ਸਟੂਡੀਓ ਜਾਣ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਸੰਧੂ ਸਾਹਿਬ ਤੁਹਾਡਾ, ਔਰ ਕੇਸਰੀ ਵਿਰਾਸਤ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਅਸੀਂ ਹਮੇਸ਼ਾ ਸੋਚਦੇ ਹੁੰਦੇ ਸੀ ਵੀ ਸਾਡੀ ਕਦੀ ਕਿਸੇ ਨੇ ਪੁੱਛ-ਗਿੱਛ ਨਹੀਂ ਕੀਤੀ। ਘੱਟੋ ਘੱਟ ਤੁਸੀਂ ਆਪਣੇ ਸਟੂਡੀਓ ਦੇ ਵਿੱਚ ਬੁਲਾ ਕੇ ਜੋ ਇਹ ਗੱਲਬਾਤ ਲੋਕਾਂ ਤੱਕ ਪਹੁੰਚਾ ਰਹੇ ਹੋ ਆਪਣੇ ਚੈਨਲ ਦੇ ਮਾਧਿਅਮ ਰਾਹੀਂ, ਮੈਂ ਬਹੁਤ ਤੁਹਾਡਾ ਧੰਨਵਾਦੀ ਹਾਂ। ਧੰਨਵਾਦ ਜੀ। ਬੋਲੇ ਸੋਨਿਹਾਲ।